ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ, ਮੇਰੇ ਨਾਲ ਅੱਗੇ ਸਿਆਸੀ ਮਾਹਰ ਪ੍ਰੋਫੈਸਰ ਕੇਹਰ ਸਿੰਘ ਜੀ ਮੌਜੂਦ ਨੇ। ਅਸੀਂ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤੇ ਵੱਡੇ ਮੁੱਦਿਆਂ ਉੱਤੇ ਚਰਚਾ ਕਰਾਂਗੇ। ਉਮੀਦ ਹੈ ਕਿ ਤੁਸੀਂ ਇਸ ਚਰਚਾ ਨੂੰ ਚਲਦੇ ਚਲਦੇ ਲਾਈਕ, ਸ਼ੇਅਰ ਤੇ ਆਪਣੇ ਵਿਚਾਰ ਜਿਹੜੇ ਨੇ ਉਹ ਜ਼ਰੂਰ ਕਮੈਂਟ ਕਰਿਓ। ਸਵਾਗਤ ਹੈ ਤੁਹਾਡਾ ਡਾਕਟਰ ਸਾਹਿਬ। ਹਾਂ, ਸਤਿ ਸ਼੍ਰੀ ਅਕਾਲ ਸੁਖਵਿੰਦਰ ਜੀ, ਤੁਹਾਡਾ ਵੀ, ਤੁਹਾਡੇ ਸਰੋਤਿਆਂ ਦਾ ਵੀ ਜੀ। ਸਤਿ ਸ੍ਰੀ ਅਕਾਲ। ਵੱਡੀ ਗੱਲ ਇਹ ਆ ਕਿ ਮਨੀਪੁਰ ਤੇ ਹਰਿਆਣੇ ਦੇ ਵਿੱਚ ਜੋ ਵਾਪਰਿਆ ਉਹਨੂੰ ਲੈ ਕੇ ਜਾਂ ਹੋਰ ਜਿੰਨੀਆਂ ਵੀ ਬੇਭਰੋਸਗੀ ਦੀਆਂ ਜਿਹੜੀਆਂ ਘਟਨਾਵਾਂ ਨੇ ਜਿਹਨੂੰ ਲੈ ਕੇ ਸਰਕਾਰ ਦੇ ਉੱਤੇ ਲਗਾਤਾਰ ਕੇਂਦਰ ਤੇ ਸਵਾਲ ਖੜੇ ਹੁੰਦੇ ਨੇ। 8 ਅਗਸਤ ਨੂੰ ਜਿਹੜਾ ਬੇਭਰੋਸਗੀ ਮਤਾ ਲਿਆਂਦਾ ਸੀ ਵਿਰੋਧੀ ਧਿਰਾਂ ਨੇ, ਤੇ ਹੁਣ 10 ਤਰੀਕ ਅੱਜ ਦੇ ਦਿਨ ਜਿਹੜਾ ਆ ਮੋਦੀ ਸਾਹਿਬ ਇਹਦੇ ਉੱਤੇ ਭਾਸ਼ਣ ਦੇਣਗੇ। ਇਸ ਮਤੇ ਨੂੰ ਲੈ ਕੇ ਬੁੱਧਵਾਰ ਕੀ ਹੋਇਆ ਉਹ ਕਾਫੀ ਜਿਹੜਾ ਅਹਿਮ ਰਿਹਾ। ਉਹਦੇ ਵਿੱਚ ਰਾਹੁਲ ਗਾਂਧੀ ਹੋਰਾਂ ਨੇ ਆਪਣਾ ਜਿਹੜਾ ਜਦੋਂ ਸੰਬੋਧਨ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਦੇਸ਼ ਦੇ ਵਿੱਚ ਜੋ ਭਾਰਤ ਹੈ, ਹਿੰਦੁਸਤਾਨ ਹੈ, ਉਹਦੀ ਹੱਤਿਆ ਕੀਤੀ ਗਈ ਹੈ। ਉਹਨਾਂ ਨੇ ਰਾਵਣ ਤੱਕ ਨਾਲ ਤੁਲਨਾ ਕਰ ਦਿੱਤੀ ਕਿ ਰਾਵਣ ਨੂੰ ਵੀ ਹੰਕਾਰ ਸੀ, ਇਸੇ ਕਰਕੇ ਜਿਹੜਾ ਉਹ ਰਾਵਣ ਮਾਰਿਆ ਗਿਆ। ਦੂਜੀ ਗੱਲ ਇਹ ਰਹੀ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਨੀਪੁਰ ਦੀ ਘਟਨਾ ਜੋ ਕੁਝ ਉੱਥੇ ਵਾਪਰਿਆ ਉਹਨੂੰ ਲੈ ਕੇ ਆਪਣੇ ਵੱਲੋਂ ਸਥਿਤੀ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਕਿ ਕਿਵੇਂ ਵਾਪਰਿਆ, ਕਿਸ ਤਰ੍ਹਾਂ ਉੱਥੇ ਬਾਰਡਰ ਨਹੀਂ ਹੈਗਾ, ਫੈਂਸਿੰਗ ਮਤਲਬ ਨਹੀਂ ਹੈਗੀ ਬਾਰਡਰ ਤੇ ਜਿਹੜਾ ਕੁੱਕੀ ਭਾਈਚਾਰਾ ਉਹ ਕਿਵੇਂ ਆ ਕੇ ਜੰਗਲਾਂ ਦੇ ਵਿੱਚ ਵਸਿਆ, ਤੇ ਜਿਹੜੇ ਉੱਥੇ ਮਤਈ ਭਾਈਚਾਰਾ ਸੀ ਉਹਨਾਂ ਦੇ ਵਿੱਚ ਕਿਸ ਤਰ੍ਹਾਂ ਸਹਿਜਤਾ ਜੀ ਉਹਨਾਂ ਨੂੰ ਲੱਗੀ, ਤੇ ਉਸ ਤੋਂ ਬਾਅਦ ਜੋ ਹੌਲੀ ਹੌਲੀ ਭੜਕਦਾ ਗਿਆ। ਪਰ ਇਹ ਹੈ ਵੀ ਉੱਥੇ ਸੰਸਦ ਦੇ ਵਿੱਚ ਗੱਲ ਇਹ ਵੀ ਤੁਰੀ, ਜਿਵੇਂ ਸਮ੍ਰਿਤੀ ਇਰਾਨੀ ਵਰਗਿਆਂ ਨੇ ਕਿਹਾ ਕਿ ਤੁਸੀਂ ਕਹਿੰਦੇ ਹੋ ਕਿ ਹਿੰਦੁਸਤਾਨ ਦੀ ਹੱਤਿਆ ਕੀਤੀ ਆ, ਤਾਂ ਉਹ ਕਹਿੰਦੇ ਕਿ 84 ਨੂੰ ਵੀ ਯਾਦ ਕਰ ਲਓ। ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਇਸ ਚਰਚਾ ਨੂੰ ਤੋਰਾਂਗੇ। ਨਾਲੋਂ ਨਾਲ ਗੱਲ ਹੋਏਗੀ ਕਿ ਇਸ ਸਭ ਦੇ ਉੱਤੇ ਬੀਜੇਪੀ ਦੀ ਭਾਈਵਾਲ ਰਹਿ ਚੁੱਕੀ 9 ਮਾਸ ਦਾ ਰਿਸ਼ਤਾ ਰੱਖ ਚੁੱਕੀ ਅਕਾਲੀ ਦਲ ਜੋ ਹੈ ਉਹਨਾਂ ਦਾ ਕਿਸ ਤਰ੍ਹਾਂ ਦਾ ਸਟੈਂਡ ਹੈ, ਜਾਂ ਉਹ ਪਿਛਲੇ ਕੁਝ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦੀ ਜਿਹੜੀ ਵਿਚਾਰਧਾਰਾ ਨੂੰ ਲੈ ਕੇ ਅੱਗੇ ਵਧ ਰਹੇ ਨੇ। ਹਰਸਿਮਰਤ ਕੌਰ ਬਾਦਲ ਜਿਹੜੇ ਉਹ ਲੋਕ ਸਭਾ ਦੇ ਵਿੱਚ ਆਪਣਾ ਭਾਸ਼ਣ ਦਿੰਦੇ ਨੇ, ਉਹਦੇ ਉੱਤੇ ਵੀ ਅਸੀਂ ਗੱਲਬਾਤ ਨਾਲੋਂ ਨਾਲ ਤੋਰਾਂਗੇ। ਹੋਰ ਵੀ ਖਬਰਾਂ ਹੋਣਗੀਆਂ। ਕੇਹਰ ਸਿੰਘ ਜੀ, ਇੱਥੋਂ ਸ਼ੁਰੂ ਕਰੀਏ ਕਿ ਰਾਹੁਲ ਗਾਂਧੀ ਹੋਰਾਂ ਨੇ ਜੋ ਕੁਝ ਕਿਹਾ ਤੇ ਜਿਵੇਂ 84 ਨੂੰ ਲੈ ਕੇ ਉਹਨਾਂ ਨੂੰ ਘੇਰਿਆ ਗਿਆ ਤੇ ਉਹ ਹਿੰਦੁਸਤਾਨ ਦੀ ਹੱਤਿਆ ਦੀ ਗੱਲ ਕਰਦੇ ਨੇ ਤੇ ਰਾਵਣ ਦੇ ਹੰਕਾਰ ਦੇ ਵਿੱਚ ਹੋਣ ਦੀ ਗੱਲ ਕਰਦੇ ਨੇ। ਸਿੱਧਾ ਸਿੱਧਾ ਸੰਬੋਧਨ ਜਿਹੜਾ ਉਹ ਮੋਦੀ ਸਰਕਾਰ ਨੂੰ ਕੀਤਾ ਜਾਂਦਾ। ਸੁਖਵਿੰਦਰ ਜੀ, ਮੈਂ ਸੁਣਿਆ ਰਾਹੁਲ ਗਾਂਧੀ ਹੋਣਾ ਦਾ ਵੀ, ਤੇ ਜੋ ਉਹਨਾਂ ਉੱਤੇ ਟਿੱਪਣੀਆਂ ਬਾਕੀ ਬੀਜੇਪੀ ਦੇ ਬੁਲਾਰਿਆਂ ਨੇ ਕੀਤੀ ਹੈ ਔਰ ਜਿਸ ਤਰ੍ਹਾਂ ਅਮਿਤ ਸ਼ਾਹ ਹੋਣਾ ਨੇ ਡਿਫੈਂਸ ਦਿੱਤਾ, ਸਾਰਾ ਹੀ ਸੁਣ ਲਿਆ ਮੈਂ ਪਾਰਲੀਮੈਂਟ ਦੇ ਵਿੱਚ ਜੋ ਹੋਇਆ। ਮੈਨੂੰ ਲੱਗਦਾ ਹੈ ਕਿ ਰਾਹੁਲ ਗਾਂਧੀ 2 ਨੁਕਤੇ ਜਿਹੜੇ ਨੇ ਉਹ ਪੇਸ਼ ਕਰਨ ਵਿੱਚ ਕਾਮਯਾਬ ਰਹੇ ਹਨ ਔਰ ਉਹ ਠੀਕ ਹੈ। ਪਹਿਲੇ ਤਾਂ ਇਹ ਕਿ ਜਿਸ ਨੂੰ ਆਪਾਂ ਆਈਡੀਆ ਆਫ ਇੰਡੀਆ ਕਹਿੰਦੇ ਹਾਂ, ਹਿੰਦੁਸਤਾਨ ਦਾ ਜੋ ਸੰਕਲਪ ਹੈ ਉਹ ਹੈਗਾ ਜੀ ਇੱਕ ਧਰਮ ਨਿਰਪੱਖ ਤੇ ਪਲੂਰਲਿਸਟ ਸੁਸਾਇਟੀ, ਯਾਨੀ ਕਿ ਬਹੁਵਾਦੀ ਜਿਹੜਾ ਸਮਾਜ ਹੈ। ਉਹ ਸਮਾਜ ਨਾਲ ਵਚਨਬੱਧਤਾ ਸਾਡੀ ਹੈ, ਸਾਡੇ ਸੰਵਿਧਾਨ ਦੇ ਵਿੱਚ ਵੀ ਤੇ ਸਾਡੇ ਸੰਵਿਧਾਨ ਨਿਰਮਾਤਾਵਾਂ ਵੱਲੋਂ ਵੀ। ਜਿਹੜੀ ਸਾਡਾ ਸੰਵਿਧਾਨ ਘੜਨੀ ਸਭਾ ਹੈ ਉਹਦੀਆਂ ਪ੍ਰੋਸੀਡਿੰਗ ਜਦੋਂ ਅਸੀਂ ਦੇਖਦੇ ਹਾਂ ਤੇ ਉਹਨਾਂ ਦੇ ਵਿੱਚ ਇਹੋ ਜਿਹੇ ਭਰੋਸੇ ਦਿੱਤੇ ਗਏ ਔਰ ਇਹੋ ਜਿਹਾ ਹੀ ਸੰਵਿਧਾਨ ਆਪਾਂ ਨੇ ਅਡਾਪਟ ਕੀਤਾ। ਹੁਣ ਪਿਛਲੇ 9 ਵਰ੍ਹਿਆਂ ਤੋਂ ਜਦੋਂ ਦੀ ਬੀਜੇਪੀ ਦੀ ਸਰਕਾਰ ਆਈ ਹੈ, ਉਹ ਵਚਨਬੱਧਤਾ ਜਿਹੜੀ ਹੈ ਨਾ ਜੀ, ਸਮਾਜਵਾਦ ਦੀ ਗੱਲ ਤਾਂ ਆਪਾਂ ਛੱਡ ਦਈਏ, ਸੈਕੂਲਰਿਜ਼ਮ ਦੀ ਗੱਲ ਕਰੀਏ ਜਾਂ ਬਹੁਲਵਾਦ ਦੀ ਜਿਹੜੀ ਗੱਲ ਕਰਦੇ ਹਾਂ, ਉਹ ਕਮਜ਼ੋਰ ਹੋ ਗਿਆ। ਉਹ ਜਿਹੜਾ ਸਟੇਟ ਦਾ ਦ੍ਰਿਸ਼ਟੀਕੋਣ ਹੈਗਾ, ਕਹਿੰਦੇ ਭਾਵੇਂ ਜੋ ਮਰਜ਼ੀ ਹੋਣ, ਬੀਜੇਪੀ ਵਾਲਿਆਂ ਦੀ ਲੀਡਰਸ਼ਿਪ ਦੀ ਆਪਾਂ ਜਦੋਂ ਤੁਸੀਂ ਸੁਣੋਗੇ ਨਾ, ਉਹ ਹਮੇਸ਼ਾ ਹੀ ਕਹਿਣਗੇ ਕਿ ਇਹ ਅਸੀਂ ਸੰਘੀ ਢਾਂਚੇ ਦੇ ਨਾਲ ਔਰ ਸਮਾਜ ਦੀ ਬਹੁਵਾਦੀ ਜੋ ਬਹੁਲਤਾ ਹੈਗੀ ਹੈ, ਪਲੂਰਲਿਜ਼ਮ ਹੈ, ਉਹ ਅਸੀਂ ਉਹਨੂੰ ਪ੍ਰਵਾਨ ਕਰਦੇ ਹਾਂ। ਪਰ ਉਹ ਹੁੰਦੀ ਲਿਪ ਸਰਵਿਸ ਹੈ। ਵਾਸਤਵਿਕ ਰੂਪ ਵਿੱਚ ਜੋ ਜਿਸ ਨੂੰ ਆਪਾਂ ਆਈਡੀਆ ਆਫ ਇੰਡੀਆ ਕਹਿੰਦੇ ਹਾਂ, ਉਹ ਇਸ ਵੇਲੇ ਬੀਜੇਪੀ ਦੇ ਏਜੰਡੇ ਵਿੱਚ ਹਿੰਦੂਤਵ ਦਾ ਏਜੰਡਾ ਹੋ ਗਿਆ ਹੋਇਆ। ਔਰ ਹਿੰਦੂਤਵ ਦਾ ਏਜੰਡਾ ਜਿਹੜਾ ਹੈ
ਉਹ ਹਿੰਦੁਸਤਾਨ ਦੇ ਸੰਵਿਧਾਨ ਵਿੱਚ ਜਿਸ ਕਿਸਮ ਦੀ ਵਚਨਬੱਧਤਾ ਹੈਗੀ ਹੈ ਉਹਦੇ ਅਨੁਕੂਲ ਨਹੀਂ ਹੈ। ਔਰ ਰਾਹੁਲ ਗਾਂਧੀ ਇਸ ਨੁਕਤੇ ਨੂੰ ਭਲੀ ਭਾਂਤ ਪੇਸ਼ ਕਰਨ ਵਿੱਚ ਕਾਮਯਾਬ ਹੋਏ ਕਿ ਇਹ ਆਈਡੀਆ ਆਫ ਇੰਡੀਆ ਜਿਹੜਾ ਹੈ ਉਹ ਤੇ ਤੁਸੀਂ ਖਰੇ ਨਹੀਂ ਉਤਰ ਰਹੇ। ਇੱਕ ਤੇ ਨੁਕਤਾ ਮੈਨੂੰ ਲੱਗਦਾ ਹੈ ਕਿ ਉਹ ਠੀਕ ਉਹਨਾਂ ਨੇ ਕੀਤਾ। ਦੂਸਰਾ ਸੀ ਜਿਹੜਾ ਰਾਵਣ ਦਾ ਹਵਾਲਾ ਦੇ ਕੇ ਤੁਸੀਂ ਦੱਸ ਰਹੇ ਹੋ ਕਿ ਹੰਕਾਰੀ ਸੀ ਉਹ ਬਹੁਤ, ਤੇ ਉਹਨੂੰ ਉਹਦਾ ਹੰਕਾਰ ਹੀ ਲੈ ਬੈਠਾ। ਉਹ ਕਿਸੇ ਦੀ ਸਲਾਹ ਨਹੀਂ ਸੀ ਲੈਂਦਾ ਤੇ ਉਹਨੂੰ ਹਨੂਮਾਨ ਨੇ ਨਹੀਂ ਸਾੜਿਆ ਲੰਕਾ ਨੂੰ। ਉਹਦਾ ਅਭਿਮਾਨ ਜਿਹੜਾ ਸੀ ਉਹ ਉਹਦਾ ਘਾਤਕ ਦੁਸ਼ਮਣ ਬਣ ਗਿਆ ਕਿਉਂਕਿ ਉਹ ਕਿਸੇ ਦੀ ਸਲਾਹ ਹੀ ਨਹੀਂ ਸੀ ਲੈਂਦਾ। ਉਹਨਾਂ ਐਗਜ਼ਾਮਪਲ ਵੀ ਦਿੱਤੀਆਂ ਕਿ ਤੁਸੀਂ ਹੁਣ ਐਗਜ਼ਾਮਪਲ ਸਿਰਫ 2 ਦੀ ਲੈਂਦੇ ਹੋ, ਜਿਹਦੇ ਵਿੱਚ ਅਮਿਤ ਸ਼ਾਹ ਦੀ ਗੱਲ ਕੀਤੀ ਤੇ ਇੱਕ ਅਦਾਨੀ ਦੀ ਗੱਲ ਕੀਤੀ। ਹੁਣ ਇਹ ਵੀ ਮੈਂ ਸਮਝਦਾ ਕਿ ਸਿਆਸੀ ਤੌਰ ਤੇ ਉਹਨਾਂ ਨੇ ਨਿਸ਼ਾਨਾ ਠੀਕ ਲਾਇਆ। ਉਹਨਾਂ ਨੇ ਉਹ ਇਹ ਸੀ ਕਿ ਆਪਣੇ ਪ੍ਰਧਾਨ ਮੰਤਰੀ ਮੋਦੀ ਹੋਣਾ ਦੀ ਜਿਹੜੀ ਕਾਰਗੁਜ਼ਾਰੀ ਹੈ ਪਿਛਲੇ 9 ਵਰ੍ਹਿਆਂ ਦੀ, ਉਹਦੇ ਵਿੱਚ ਉਹਨਾਂ ਨੂੰ ਜਿਸ ਕਿਸਮ ਦਾ ਆਪਣੇ ਆਪ ਤੇ ਭਰੋਸਾ ਹੈ ਮੋਦੀ ਸਾਹਿਬ ਨੂੰ, ਤੇ ਇਹ ਸੈਲਫ ਕਾਨਫੀਡੈਂਸ ਹੈ, ਉਹ ਹੰਕਾਰ ਦੀ ਸੀਮਾ ਤੱਕ ਹੈ। ਉਹ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਹਨ। ਉਹ ਆਪਣੀ ਮਨ ਕੀ ਬਾਤ ਤਾਂ ਕਰਦੇ ਹਨ, ਪਰ ਆਪਾਂ ਨੂੰ ਪਤਾ ਹੈ ਕਿ ਉਹਨਾਂ ਨੇ ਇਹਨਾਂ 9 ਵਰ੍ਹਿਆਂ ਵਿੱਚ ਕੋਈ ਵੀ ਪ੍ਰੈਸ ਕਾਨਫਰੰਸ ਵੀ ਨਹੀਂ ਕੀਤੀ ਜਿੱਥੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਉਹਨਾਂ ਨੇ ਦਿੱਤੇ ਹੋਣ। ਉਹ ਇੱਕ ਪਾਸੇ ਹੀ ਗੱਲ ਕਰਦੇ, ਆਪਣੀ ਮਨ ਦੀ ਗੱਲ ਕਰਦੇ ਹੈ, ਪਰ ਜਦੋਂ ਜਿਨ੍ਹਾਂ ਨੂੰ ਆਪਾਂ ਕਹੀਏ ਕਿ ਆਲੋਚਨਾਤਮਕ ਪ੍ਰਸ਼ਨ ਕੀਤੇ ਜਾਣ, ਉਹਨਾਂ ਪ੍ਰਸ਼ਨਾਂ ਦਾ ਉਹ ਮੁਕਾਬਲਾ ਨਹੀਂ ਕਰਦੇ। ਔਰ ਇਹ ਹੰਕਾਰ ਤੋੜਨ ਵਾਸਤੇ ਹੀ ਉਹਨਾਂ ਨੇ, ਜੋ ਆਪਾਂ ਨੂੰ ਪਤਾ ਹੈ ਕਿ ਇਹ ਜਿਹੜਾ ਨੋ ਕਾਨਫੀਡੈਂਸ ਮੋਸ਼ਨ ਲਿਆਂਦਾ, ਉਹ ਪਤਾ ਸਪਸ਼ਟ ਆ ਉਹਨਾਂ ਨੂੰ ਕਿ ਸਾਡੇ ਕੋਲ ਨੰਬਰ ਨਹੀਂ ਹੈਗੇ ਤੇ ਕਾਨਫੀਡੈਂਸ ਦਾ ਵੋਟ ਅਸੀਂ ਜਿੱਤ ਨਹੀਂ ਸਕਦੇ। ਸਿਰਫ ਇਹ ਹੈ ਕਿ ਅਸੀਂ ਮੋਦੀ ਸਾਹਿਬ ਦਾ ਹੰਕਾਰ ਤੋੜਨਾ ਚਾਹੁੰਦੇ ਹਾਂ ਔਰ ਉਹਨਾਂ ਨੂੰ ਜਵਾਬਦੇਹ ਬਣਾਉਣਾ ਚਾਹੁੰਦੇ ਹਾਂ ਪਾਰਲੀਮੈਂਟ ਦੇ ਸਾਹਮਣੇ। ਸੋ ਇਹ 2 ਨੁਕਤੇ ਉਹਨਾਂ ਨੇ ਠੀਕ ਮੇਕ ਆਊਟ ਕਰ ਲਏ, ਇਹ 'ਚ ਕੋਈ ਸ਼ੱਕ ਨਹੀਂ। ਪਰ ਦੂਸਰੀ ਗੱਲ ਮੈਂ ਸਮਝਦਾ ਕਿ ਉਹ ਬਾਕੀ ਜਿਹੜੀ ਉਹਨਾਂ ਦਾ ਬਿਆਨ ਔਰ ਭਾਸ਼ਣ ਮੈਂ ਸੁਣਿਆ ਹੈ, ਉਹ ਮੈਨੂੰ ਕੋਈ ਬਹੁਤਾ ਪ੍ਰਭਾਵਸ਼ਾਲੀ ਨਹੀਂ ਲੱਗਿਆ। ਨਾ ਤੇ ਰਾਹੁਲ ਗਾਂਧੀ ਹੁਣੀ ਕੋਈ ਇੰਨੇ ਅੱਛੇ ਬੁਲਾਰੇ ਹਨ, ਤੇ ਜਿਸ ਕਿਸਮ ਦਾ ਉਹਨਾਂ ਨੇ ਕਿਹਾ ਭਾਵੁਕਤਾ ਵਸ ਕਿ ਤੁਸੀਂ ਮੇਰੀ ਮਾਂ ਨੂੰ ਮਾਰਿਆ, ਇੱਕ ਮਾਂ ਤੇ ਮੇਰੀ ਇੱਥੇ ਬੈਠੀ ਹੈ, ਦੂਸਰੀ ਭਾਰਤ ਮਾਤਾ ਜਿਹੜੀ ਆ ਉਹਨੂੰ ਤੁਸੀਂ ਮਾਰਿਆ, ਉਹ ਭਾਵੁਕਤਾ ਵਸ ਦਿੱਤੇ ਹੋਏ ਬਿਆਨ ਹਨ। ਮੈਨੂੰ ਕੋਈ ਬਹੁਤੇ ਪ੍ਰਭਾਵਸ਼ਾਲੀ ਉਹ ਨਹੀਂ ਲੱਗੇ, ਕਿਉਂਕਿ ਮੈਨੂੰ ਲੱਗਦਾ ਇਹ ਹੈ ਕਿ ਜਿਹੜਾ ਮੁੱਦਾ ਜਿਹੜਾ ਤੁਸੀਂ ਕੇਂਦਰੀ ਮੁੱਦਾ ਬਣਾਉਣਾ ਸੀਗਾ, ਉਹ ਕੇਂਦਰੀ ਮੁੱਦੇ ਦੇ ਉੱਪਰ ਜਿਸ ਢੰਗ ਨਾਲ ਫੈਕਟਸ ਐਂਡ ਫਿਗਰਸ ਨਾਲ ਅਮਿਤ ਸ਼ਾਹ ਹੋਣਾ ਨੇ ਜਵਾਬ ਦਿੱਤਾ ਹੈ, ਉਹ ਜ਼ਿਆਦਾ ਜਿਹੜਾ ਹੈ ਉਹ ਤੱਥਾਂ ਦੇ ਨੇੜੇ ਲੱਗਦਾ ਹੈ। ਯਾਨੀ ਕਿ ਆਪਾਂ ਨਿਰਪੱਖ ਤੌਰ ਤੇ ਜਦੋਂ ਗੱਲ ਨੂੰ ਸੁਣਦੇ ਹਾਂ, ਸਪੀਚਸ ਉੱਥੇ ਹੁੰਦੀਆਂ ਔਰ ਕਾਰਗੁਜ਼ਾਰੀ ਪਾਰਲੀਮੈਂਟ ਦੀ ਦੇਖਦੇ ਹਾਂ, ਤੇ ਜਦੋਂ ਫੈਕਟਸ ਐਂਡ ਫਿਗਰਸ ਨਾਲ ਗੱਲਾਂ ਆਉਂਦੀਆਂ, ਉਹ ਯੂਪੀਏ ਦੀ ਪਰਫਾਰਮੈਂਸ ਔਰ ਐਨਡੀਏ ਦੀ ਪਰਫਾਰਮੈਂਸ ਜਿਹੜੀ ਹੈ ਉਹਦੇ 'ਚ ਕੋਈ ਬਹੁਤਾ ਫਰਕ ਨਜ਼ਰ ਨਹੀਂ ਆਉਂਦਾ। ਸਿਰਫ ਤੇ ਸਿਰਫ ਇੱਕ ਗੱਲ ਜ਼ਰੂਰ ਜ਼ਾਹਰਾ ਤੌਰ ਤੇ, ਜਿਹਦਾ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਿਆ ਹੋਇਆ ਹੈ, ਕਿ ਇਹ ਮੋਦੀ ਵਾਲੀ ਸਰਕਾਰ ਜਿਹੜੀ ਹੈ ਉਹ ਹਿੰਦੁਤਵ ਏਜੰਡੇ ਤੇ ਚੱਲ ਰਹੀ ਹੈ, ਜਿਹੜੀ ਭਾਰਤ ਦੇ ਆਈਡੀਆ ਦੇ ਖਿਲਾਫ ਹੈ। ਇਹ ਨੁਕਤਾ ਹੀ ਉਹਨਾਂ ਦਾ ਠੀਕ ਹੈ। ਬਾਕੀ ਕੋਈ ਉਹ ਅੱਛਾ ਕੋਈ ਪ੍ਰਭਾਵ ਮੈਨੂੰ ਨਹੀਂ ਲੱਗਿਆ, ਕੋਈ ਬਹੁਤ ਅੱਛਾ ਪ੍ਰਭਾਵ ਉਹਨਾਂ ਦਾ ਕੋਈ ਪ੍ਰਭਾਵਸ਼ਾਲੀ ਸਪੀਚ ਹੋਈ, ਉਹ ਇਮੋਟਿਵ ਜੇ ਹੋ ਕੇ ਗੱਲ ਕੀਤੀ ਗਈ ਹੋਈ ਹੈ, ਕੋਈ ਕਨਵਿੰਸਿੰਗ ਆਰਗੂਮੈਂਟ ਜਿਹੜੀ ਹੈ ਉਹ ਮੈਨੂੰ ਨਜ਼ਰ ਨਹੀਂ ਆਈ। ਦੂਸਰੀ ਗੱਲ ਜਿਹੜੀ ਮੈਂ ਇਸੇ ਪ੍ਰਥਾਈ ਕਹਿਣਾ ਚਾਹੁੰਦਾ ਉਹ ਇਹ ਹੈ ਕਿ ਉਹ ਜਿਹੜੇ ਜਵਾਬ ਪ੍ਰਸ਼ਨ ਆਉਂਦੇ ਆ ਨਾ, ਮਤਲਬ ਕਾਊਂਟਰ ਹੁੰਦੇ ਆ, ਆਫਟਰ ਆਲ ਜਦੋਂ ਤੁਸੀਂ ਇੱਕ ਪੈਂਤੜਾ ਲੈਂਦੇ ਹੋ ਤੇ ਉਹਦੇ ਵਿਰੁੱਧ ਜਿਹੜੀਆਂ ਦਲੀਲਾਂ ਆਉਂਦੀਆਂ, ਉਹ ਦਲੀਲਾਂ ਦਾ ਉਹਨਾਂ ਕੋਲ ਜਵਾਬ ਕੋਈ ਨਹੀਂ ਹੁੰਦਾ। ਇਹ ਗੱਲ ਬਿਲਕੁਲ ਠੀਕ ਹੈ ਕਿ ਜਿਸ ਤਰ੍ਹਾਂ ਸਮ੍ਰਿਤੀ ਇਰਾਨੀ ਹੁਣੀ ਕਹਿ ਰਹੇ ਸੀਗੇ ਜਾਂ ਬਾਕੀ ਹੋਰਾਂ ਨੇ ਵੀ ਕਿਹਾ
ਕਿ 84 ਦਾ ਉਹਨਾਂ ਕੋਲ ਕੋਈ ਜਵਾਬ ਨਹੀਂ ਹੈ। ਉਹ ਤੁਸੀਂ ਜਦੋਂ ਇੱਕ ਪਾਸੜ ਗੱਲ ਲੈ ਲੈਂਦੇ ਹੋ ਤੇ ਉਹ ਤੁਸੀਂ ਦੂਸਰੀਆਂ ਗੱਲਾਂ ਨੂੰ ਆਪਣੀ ਕੀਤੀਆਂ ਹੋਈਆਂ ਕੋਤਾਹੀਆਂ ਜਿਹੜੀਆਂ ਹੈਗੀਆਂ ਉਹਨਾਂ ਤੇ ਤੁਸੀਂ ਉਹ ਖੇਦ ਪ੍ਰਗਟ ਨਹੀਂ ਕਰਦੇ। ਚਾਹੀਦਾ ਤਾਂ ਇਹ ਸੀਗਾ ਕਿ ਕਾਂਗਰਸ ਨੂੰ ਪਾਰਟੀ ਦੇ ਤੌਰ ਤੇ, ਉਹਨਾਂ ਨੂੰ ਲੀਡਰ ਦੇ ਤੌਰ ਤੇ ਇਹ ਕਹਿਣਾ ਚਾਹੀਦਾ ਹੈ ਕਿ ਅਸੀਂ ਖੇਦ ਪ੍ਰਗਟ ਕਰਦੇ ਹਾਂ, ਸਾਨੂੰ ਅਫਸੋਸ ਹੈ ਜੋ 84 ਦੇ ਵਿੱਚ ਹੋਇਆ, ਦਰਬਾਰ ਸਾਹਿਬ 'ਚ ਹੋਇਆ ਤੇ ਜਾਂ ਦਿੱਲੀ ਦੇ ਵਿੱਚ ਹੋਇਆ, ਵੀ ਸਾਡੀ ਕਾਰਗੁਜ਼ਾਰੀ ਠੀਕ ਨਹੀਂ ਸੀ, ਸਾਨੂੰ ਉਹ ਤੋਂ ਦੁੱਖ ਹੈ। ਜੇ ਉਹ ਇਹੋ ਜਿਹਾ ਭਾਸ਼ਣ ਉਹਨਾਂ ਦਾ ਹੁੰਦਾ ਜਾਂ ਇਹੋ ਜਿਹਾ ਇਸ਼ਾਰਾ ਹੁੰਦਾ ਤੇ ਉਹਨਾਂ ਵੱਲੋਂ ਇਹ ਲਈ ਹੋਈ ਮਣੀਪੁਰ ਦੀ ਪੋਜੀਸ਼ਨ ਜਿਹੜੀ ਹੈ ਉਹ ਉਹਨਾਂ ਦੀ ਵਧੇਰੇ ਪ੍ਰਭਾਵਸ਼ਾਲੀ ਹੋ ਸਕਦੀ ਸੀ। ਪਰ ਉਹਦੇ ਬਾਰੇ ਗੋਲ-ਮੋਲ ਦੀ ਗੱਲ ਕਰਨੀ ਔਰ ਉਹਦੇ ਬਾਰੇ ਚੁੱਪ ਸਾਧ ਲੈਣੀ, ਉੱਥੇ ਜਿਹੜੀ ਲੱਗਦਾ ਹੈ ਕਿ ਕਮਜ਼ੋਰੀ ਆਉਂਦੀ ਹੈ ਕਾਂਗਰਸ ਔਰ ਇਹਨਾਂ ਦੇ ਸਪੋਰਟਰਸ ਦੀ ਵੀ ਆਉਂਦੀ ਹੈ। ਪਰ ਨਾਲ ਦੀ ਨਾਲ ਆਪਾਂ ਨੂੰ ਗੱਲ, ਕਿਉਂਕਿ ਆਪਾਂ ਨਿਰਪੱਖ ਟਿੱਪਣੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਉਹ ਇਹ ਹੈ ਕਿ ਜਿਹੜੀ ਮੌਜੂਦਾ ਸਰਕਾਰ ਹੈ, ਜਦੋਂ ਉਹ ਇਹ ਡਿਫੈਂਸ ਲੈ ਲੈਂਦੀ ਹੈ ਕਿ ਤੁਹਾਡੇ ਕਾਰਜਕਾਲ ਵਿੱਚ ਕੀ ਹੋਇਆ, ਜੇ ਸਾਡੇ ਕਾਰਜਕਾਲ ਵਿੱਚ ਇਹੋ ਜਿਹਾ ਮਾੜਾ ਹੋ ਰਿਹਾ ਹੋਇਆ ਤੇ ਤੁਹਾਡਾ ਕਾਰਜਕਾਲ ਵੀ ਕੋਈ ਇਹਨਾਂ ਪੱਖਾਂ ਤੋਂ ਸਲਾਹੁਣਯੋਗ ਨਹੀਂ ਹੈ, ਤਾਂ ਮੈਨੂੰ ਲੱਗਦਾ ਕਿ ਇਹ ਕੋਈ ਡਿਫੈਂਸ ਠੀਕ ਨਹੀਂ ਹੈ। ਇਹ ਜਿਹੜੀਆਂ ਸਰਕਾਰਾਂ ਹੈਗੀਆਂ, ਮੌਜੂਦਾ ਸਰਕਾਰਾਂ, ਪੁਰਾਤਨ ਸਰਕਾਰਾਂ ਨੇ ਕੀਤਾ ਹੋਏਗਾ, ਉਹਨਾਂ ਨੂੰ ਸਜ਼ਾ ਮਿਲ ਗਈ, ਆਪਾਂ ਨੂੰ ਪਤਾ, ਇਸੇ ਕਰਕੇ ਉਹ ਤਾਕਤ ਤੋਂ ਬਾਹਰ ਹਨ। ਪਰ ਮੌਜੂਦਾ ਸਰਕਾਰਾਂ ਜਦੋਂ ਪੁਰਾਤਨ ਸਰਕਾਰਾਂ ਦੀ ਪਰਫਾਰਮੈਂਸ ਨੂੰ ਆਧਾਰ ਬਣ ਕੇ ਉਹ ਆਪਣੀ ਪੋਜੀਸ਼ਨ ਨੂੰ ਡਿਫੈਂਡ ਕਰਨਾ ਚਾਹੁੰਦੀਆਂ ਹੈ ਤੇ ਉਹ ਸਦਾਚਾਰਕ ਤੌਰ ਤੇ ਮੈਨੂੰ ਠੀਕ ਨਹੀਂ ਲੱਗਦਾ, ਤੇ ਨਾ ਹੀ ਸਿਆਸੀ ਤੌਰ ਤੇ ਵੀ ਮੈਨੂੰ ਠੀਕ ਲੱਗਦਾ ਹੈ ਕਿ ਸਿਆਸੀ ਤੌਰ ਤੇ ਵੀ ਤੁਸੀਂ ਇਹ ਬਹਾਨਾ ਲੰਬਾ ਸਮਾਂ ਨਹੀਂ ਲੈ ਸਕਦੇ। ਜ਼ਿੰਮੇਵਾਰੀ ਤੁਹਾਡੀ ਹੈ, ਜੇ ਤੁਹਾਡੇ ਕਾਰਜਕਾਲ ਦੇ ਵਿੱਚ ਕੋਈ ਅਜਿਹਾ ਹੋ ਰਿਹਾ ਜਿਹੜਾ ਠੀਕ ਨਹੀਂ ਹੈ ਤੇ ਜ਼ਿੰਮੇਵਾਰੀ ਤੁਹਾਡੀ ਹੈ, ਉਸ ਜ਼ਿੰਮੇਵਾਰੀ ਤੋਂ ਤੁਸੀਂ ਭੱਜ ਨਹੀਂ ਸਕਦੇ, ਕਿਉਂਕਿ ਕੇਂਦਰ ਵਿੱਚ ਵੀ ਬੀਜੇਪੀ ਦੀ ਸਰਕਾਰ ਹੈ ਤੇ ਮਣੀਪੁਰ ਵਿੱਚ ਵੀ ਕੇਂਦਰ ਦੀ ਸਰਕਾਰ ਹੈ। ਜੇ ਉੱਥੇ ਲੰਬਾ ਸਮਾਂ ਦੰਗੇ ਚੱਲਦੇ ਹਨ, ਇੰਨੀ ਕਤਲੋ-ਗਾਰਤ ਹੁੰਦੀ ਹੈ ਔਰ ਉੱਥੇ ਦੋ ਭਾਈਚਾਰੇ ਜਿਹੜੇ ਆ ਉਹਨਾਂ ਦੇ ਵਿੱਚ ਯੁੱਧ ਵਾਲੀ ਅਵਸਥਾ ਬਣ ਜਾਂਦੀ ਹੈ, ਜੇ ਤੁਸੀਂ ਉਹਨਾਂ ਨੂੰ ਕੰਟਰੋਲ ਨਹੀਂ ਕਰ ਸਕਦੇ ਤੇ ਇਹ ਤੁਹਾਨੂੰ ਆਪਣੀ ਕਮਜ਼ੋਰੀ ਜਾਂ ਫੇਲਿਅਰ ਪ੍ਰਵਾਨ ਕਰ ਲੈਣੀ ਚਾਹੀਦੀ ਹੈ। ਇਹਨਾਂ ਦਾ ਕੋਈ ਇਹਨਾਂ ਕੋਲ ਡਿਫੈਂਸ ਨਹੀਂ ਬਣਦਾ। ਸੋ ਇਹ ਟਿੱਪਣੀਆਂ ਜਿਹੜੀਆਂ ਹੈ ਇਸ ਵਰਤਾਰੇ ਬਾਰੇ ਆਪਾਂ ਨੂੰ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ। ਜੀ ਸੁਖਵਿੰਦਰ ਜੀ। ਜੀ ਡਾਕਟਰ ਸਾਹਿਬ, ਵੈਸੇ ਇਹ ਸਵਾਲ ਥੋੜਾ ਹਟਵਾ ਹੋਏਗਾ ਕਿਉਂਕਿ ਮੇਰੇ ਧਿਆਨ ਵਿੱਚ ਨਹੀਂ ਸੀ ਜਦੋਂ ਇਹ ਗੱਲ ਤੁਰੀ 84 ਬਾਰੇ ਤੁਰੀ ਕਿ ਕਾਂਗਰਸ ਕਿਉਂ ਨਹੀਂ ਇਹਦੇ ਉੱਤੇ ਖੁੱਲੇ ਆਮ ਤੌਰ ਦੇ ਉੱਤੇ ਡਾਕਟਰ ਮਨਮੋਹਨ ਸਿੰਘ ਹੋਰਾਂ ਨੂੰ ਗਾਂਹ ਕਰ ਦਿੱਤਾ ਗਿਆ ਮੁਆਫੀ ਦੇ ਲਈ, ਪਰ ਆਪਣੇ ਤੌਰ ਤੇ ਰਾਹੁਲ ਗਾਂਧੀ ਹੋਰੀ ਜਾਂ ਸੋਨੀਆ ਗਾਂਧੀ ਹੋਣੀ ਕਿਉਂ ਨਹੀਂ ਸਪਸ਼ਟ ਕਰਦੇ, ਇਹ ਬੜੀ ਵਾਰੀ ਸਵਾਲ ਉੱਠੇ। ਇੱਕ ਨਾ ਸੋਸ਼ਲ ਮੀਡੀਆ ਤੇ ਬੀਤੇ ਕੁਝ ਦਿਨਾਂ ਤੋਂ ਪੋਸਟ ਕਾਫੀ ਵਾਇਰਲ ਹੋ ਰਹੀ ਆ, ਸਾਬਕਾ ਜਿਹੜੇ ਪ੍ਰਧਾਨ ਮੰਤਰੀ ਸਾਡੇ ਡਾਕਟਰ ਮਨਮੋਹਨ ਸਿੰਘ ਨੇ, ਉਹਨਾਂ ਦੀ ਤਸਵੀਰ ਨੂੰ ਲੈ ਕੇ, ਕਿਉਂਕਿ ਉਹ ਪਿੱਛੇ ਜੇ ਆਏ ਸੀ ਵੋਟਿੰਗ ਕਰਨ ਦੇ ਲਈ ਦਿੱਲੀ ਆਰਡੀਨੈਂਸ ਨੂੰ ਲੈ ਕੇ, ਤੇ ਉਹਨਾਂ ਦੀ ਉਹ ਤਸਵੀਰ ਉੱਤੇ ਇਸ ਗੱਲ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਸਿੱਖਾਂ ਦੇ ਪ੍ਰਤੀ ਕੋਈ ਪ੍ਰਾਪਤੀ ਜੇ ਡਾਕਟਰ ਮਨਮੋਹਨ ਸਿੰਘ ਹੋਰਾਂ ਦੀ ਹੋਵੇ, ਬਜਾਏ ਇਸ ਦੇ ਕਿ ਉਹਨਾਂ ਤੋਂ ਮਾਫੀ ਮੰਗਵਾਈ ਗਈ 84 ਨੂੰ ਲੈ ਕੇ, ਕਹਿੰਦੇ ਯਾਦ ਕਿਵੇਂ ਕੀਤਾ ਜਾਏਗਾ ਉਹਨਾਂ ਨੂੰ, ਉਹਨਾਂ ਦੇ ਸਮੇਂ ਨੂੰ ਯਾਦ ਕਿਸ ਤਰੀਕੇ ਨਾਲ ਕੀਤਾ ਜਾਵੇ ਕਿ ਉਹਨਾਂ ਨੇ ਕੀ ਕੀਤਾ ਸਿੱਖਾਂ ਦੇ ਲਈ, ਕਿਹੜਾ ਇਹੋ ਜਿਹਾ ਮਾਰਕਾ ਮਾਰਿਆ ਜਾਂ ਕਿਹੜਾ ਇਹੋ ਜਿਹਾ ਫੈਸਲਾ ਕੀਤਾ ਐਜ਼ ਏ ਸਿੱਖ ਪ੍ਰਧਾਨ ਮੰਤਰੀ ਹੁੰਦੇ ਆ। ਜੇ ਅਸੀਂ ਉਹਨਾਂ ਨੂੰ ਮੋਦੀ ਸਾਹਿਬ ਦੇ ਮਤਲਬ ਉਹਦੇ ਨਜ਼ਰੀਏ ਨਾਲ ਦੇਖੀਏ ਕਿ ਮੋਦੀ ਸਾਹਿਬ ਨੂੰ ਦੇਖ ਲਓ ਕਿ ਉਹ ਹਿੰਦੂਤਵਾ ਦਾ ਏਜੰਡਾ ਜਾਂ ਭਗਵਾਨ ਜੋ ਵੀ ਰਾਸ਼ਟਰਵਾਦ ਹੈ ਉਹਨੂੰ ਲੈ ਕੇ ਉਹ ਆਪਣੇ ਏਜੰਡੇ ਤੇ ਸਪਸ਼ਟ ਨੇ, ਤਾਂ ਇਹਨਾਂ ਦੇ ਬਾਰੇ ਗੱਲ ਤੁਰਦੀ ਹੈ ਕਿ ਇਹਨਾਂ ਨੇ ਕੀ ਕੀਤਾ। ਇਹ ਸਵਾਲ ਸੋਸ਼ਲ ਮੀਡੀਆ ਤੇ ਜੋ ਚੱਲਦਾ, ਮੇਰਾ ਨਿੱਜੀ ਨਹੀਂ, ਉਹ ਇਸ ਤਰ੍ਹਾਂ ਸੁਖਵਿੰਦਰ ਜੀ, ਇਹ ਗੱਲ ਜਿਹੜੀ ਚਾਹੇ ਸੋਸ਼ਲ ਮੀਡੀਆ ਤੇ ਚੱਲਦਾ ਹੈ, ਪਰ ਜਿਹੜਾ ਮਨਮੋਹਨ ਸਿੰਘ ਉਹਨਾਂ ਦੇ ਕਾਰਜਕਾਲ ਦੇ ਵਿੱਚ ਹੈਗਾ, ਇੱਕ ਤੇ ਮੈਂ ਸਮਝਦਾ ਕਿ ਉਹ ਪੱਗ ਵਾਲੇ ਦਾ ਜੋ ਪ੍ਰਧਾਨ ਮੰਤਰੀ ਹਿੰਦੁਸਤਾਨ 'ਚ ਬਣਨਾ ਔਰ ਅੰਤਰਰਾਸ਼ਟਰੀ ਪੱਧਰ ਤੇ ਉਹ ਇੱਕ ਪ੍ਰੋਜੈਕਸ਼ਨ ਹੁੰਦੀ ਹੈ ਭਾਈਚਾਰੇ ਦੀ, ਇਹ ਮਨਮੋਹਨ ਸਿੰਘ ਉਹਨਾਂ ਦੇ ਆਉਣ ਨਾਲ ਹੋਈ। ਆਪਾਂ ਨੂੰ ਪਤਾ ਹੈ ਕਿ ਜਦੋਂ ਪੱਗ ਵਾਲਾ ਇਹੋ ਜਿਹੀ ਉੱਚੀ ਪਦਵੀ ਤੇ ਆਉਂਦਾ ਹੈ, ਚਾਹੇ ਉਹ ਫੌਜ ਦਾ ਮੁਖੀ ਹੋਵੇ, ਚਾਹੇ ਉਹ ਪ੍ਰਧਾਨ ਹੋਵੇ ਤੇ ਚਾਹੇ ਪ੍ਰਧਾਨ ਮੰਤਰੀ ਹੋਵੇ, ਉਹਦੇ ਨਾਲ ਭਾਈਚਾਰੇ ਦਾ ਜਿਹੜਾ ਵਰਤਾਓ ਹੈ ਉਹ ਸਾਰੇ ਸੰਸਾਰ ਦੇ ਵਿੱਚ ਆਉਂਦਾ ਹੈ। ਦੂਸਰੀ ਗੱਲ ਇਹ ਹੈ
ਕਿ ਮਨਮੋਹਨ ਸਿੰਘ ਹੋਣਾ ਦੀ ਨੇ ਜਿਸ ਤਰ੍ਹਾਂ ਉਸ ਸਮੇਂ ਦੀ ਆਰਥਿਕਤਾ ਨੂੰ ਮੋੜਾ ਦਿੱਤਾ ਔਰ ਲੀਹਾਂ ਤੇ ਲਿਆਂਦਾ। ਸਾਨੂੰ ਪਤਾ ਹੈ ਕਿ ਉਦੋਂ ਉਖੜ ਚੁੱਕੀ ਸੀ ਆਰਥਿਕਤਾ ਆਪਣੀ ਸਾਡੀ ਹਿੰਦੁਸਤਾਨ ਦੀ, ਔਰ ਮੁੜ ਕੇ ਲੀਹਾਂ ਤੇ ਲਿਆਉਣਾ ਜਿਹੜਾ ਹੈ ਇਹ ਮਨਮੋਹਨ ਸਿੰਘ ਨੂੰ ਉਹਨਾਂ ਲਈ ਯਾਦ ਕੀਤਾ ਜਾਏਗਾ ਦੇਸ਼ ਵਾਸਤੇ। ਜਿੱਥੋਂ ਤੱਕ ਸਿੱਖ ਭਾਈਚਾਰੇ ਦੀ ਗੱਲ ਹੈ, ਉਹਨਾਂ ਨੇ ਸਿੱਖ ਭਾਈਚਾਰੇ ਨਾਲ ਹਮੇਸ਼ਾ ਸਦਭਾਵਨਾ ਵਾਲਾ ਰਵੱਈਆ ਰੱਖਿਆ, ਪੰਜਾਬ ਪ੍ਰਤੀ ਵੀ ਰੱਖਿਆ, ਔਰ ਪੰਜਾਬ ਦੇ ਅਕਾਲੀ ਚੀਫ ਮਿਨਿਸਟਰ ਜਿਹੜੇ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਹੈ, ਜਦੋਂ ਵੀ ਕੋਈ ਗੱਲ ਉਹਨਾਂ ਕੋਲ ਲੈ ਕੇ ਗਏ ਉਹਨਾਂ ਨੇ ਨਾ ਨਹੀਂ ਕੀਤੀ। ਉਹਨਾਂ ਦਾ ਹਮੇਸ਼ਾ ਉਸਾਰੂ ਐਟੀਟਿਊਡ ਹੀ ਉਹਨਾਂ ਪ੍ਰਤੀ ਰਿਹਾ। ਸੋ ਉਹ ਢਿੱਡੋਂ ਸਿੱਖ ਹਨ, ਇਹਦੇ 'ਚ ਕੋਈ ਸ਼ੱਕ ਨਹੀਂ, ਰਾਸ਼ਟਰਵਾਦੀ ਸਿੱਖ ਹਨ, ਇਹਦੇ 'ਚ ਕੋਈ ਸ਼ੱਕ ਨਹੀਂ, ਪਰ ਸਿੱਖ ਭਾਈਚਾਰੇ ਪ੍ਰਤੀ ਹਮੇਸ਼ਾ ਹਮਦਰਦੀ ਭਰਿਆ ਰਵੱਈਆ ਹੀ ਉਹਨਾਂ ਦਾ ਰਿਹਾ ਹੈ। ਸੋ ਇਸ ਕਰਕੇ ਮੈਂ ਸਮਝਦਾ ਕਿ ਉਹਨਾਂ ਦੀ ਆਲੋਚਨਾ ਨਹੀਂ ਹੋਣੀ ਚਾਹੀਦੀ। ਉਹਨਾਂ ਨੇ ਆਪਣਾ ਦਰਦ ਪ੍ਰਗਟ ਕਰਨ ਵਾਸਤੇ ਪਾਰਲੀਮੈਂਟ ਦੇ ਵਿੱਚ ਇਹ ਕਿਹਾ ਵੀ ਕਿ ਉਹ ਮੰਦਭਾਗੀ ਘਟਨਾ ਹੋਈ ਸੀ, ਜਿਹਦੇ ਲਈ ਮੈਂ ਮਾਫੀ ਮੰਗਦਾ, ਇਹ ਵੀ ਉਹਨਾਂ ਨੇ ਗੱਲ ਕਹੀ। ਸੋ ਇਸ ਕਰਕੇ ਸਿੱਖ ਭਾਈਚਾਰੇ ਨੂੰ ਮਨਮੋਹਨ ਸਿੰਘ ਉਹਨਾਂ ਦੇ ਖਿਲਾਫ ਕੋਈ ਗਿਲਾ ਨਹੀਂ ਹੋਣਾ ਚਾਹੀਦਾ। ਗਿਲਾ ਇਹੀ ਹੈ ਕਿ ਜਿਹੜੀ ਬਹੁ ਗਿਣਤੀ ਸਾਡਾ ਹਿੰਦੂ ਭਾਈਚਾਰਾ ਹੈ, ਉਹਦੀਆਂ ਨੁਮਾਇੰਦਾ ਜਮਾਤਾਂ ਹਨ ਜਿਹੜੀਆਂ ਪਾਰਲੀਮੈਂਟ 'ਚ ਉਦੋਂ ਵੀ ਇਹਦੇ ਖਿਲਾਫ ਨਹੀਂ ਬੋਲੀਆਂ, ਦਿੱਲੀ ਦੰਗੇ ਦੇ ਖਿਲਾਫ, ਤੇ ਹੁਣ ਵੀ ਨਹੀਂ ਬੋਲੀ। ਇਹ ਹੁਣ ਸਿਰਫ ਸਿਆਸੀ ਨੁਕਤਾ, ਜਿਸ ਨੂੰ ਕਹਿੰਦੇ ਨਾ ਬਰਾਉਨੀ ਪੁਆਇੰਟ ਬਣਾਉਣ ਵਾਸਤੇ, ਸਿਆਸੀ ਆਪਣਾ ਨੁਕਤਾ ਉਹ ਭਾਰੂ ਪੈਣ ਵਾਸਤੇ ਦੂਸਰੀ ਧਿਰ ਦੇ ਵਿੱਚ। ਪਤਾ ਦੇਖਿਆ ਜਾਏ ਕਿ ਬੀਜੇਪੀ ਨੇ ਕਦੋਂ ਇਹ ਮੂਵ ਕੀਤਾ ਕਿ 84 ਦਿੱਲੀ ਦੰਗੇ ਜਿਹੜੇ ਹੈਗੇ ਨੇ ਉਹਨਾਂ ਦੀ ਅਸੀਂ ਨਿੰਦਾ ਕਰਦੇ, ਨਿੰਦਾ ਪ੍ਰਸਤਾਵ ਪੇਸ਼ ਕੀਤਾ ਉਹਨਾਂ ਨੇ? ਕਿਸੇ ਨੇ ਨਹੀਂ ਕੀਤਾ, ਨਹੀਂ ਕੀਤਾ ਕਿਸੇ ਨੇ। ਮੇਰਾ ਮਤਲਬ ਇਹ ਹੈ, ਜੇ ਇਹ ਗੱਲ ਕਹਿੰਦੇ ਹੈ ਤਾਂ ਉਹ ਦਿੱਲੀ ਕਤਲੇਆਮ ਜਿਹੜਾ ਹੈਗਾ ਉਹਦੇ ਖਿਲਾਫ ਕਿਸੇ ਨੇ ਵੀ ਨਹੀਂ ਕੀਤਾ। ਈਵਨ ਮੈਂ ਤੇ ਕਈ ਵਾਰ ਕਹਿਣਾ ਹੁੰਦਾ ਕਿ ਹੁਣ ਛੋਟੀ ਛੋਟੀ ਗੱਲ ਹੁੰਦੀ ਹੈ, ਫਾਰ ਐਗਜ਼ਾਮਪਲ ਹਰਿਆਣੇ ਵਿੱਚ ਹੀ ਹੋਈ, ਇਹ ਮਾੜੀ ਗੱਲ ਹੋਈ ਹੈ ਤੇ ਹਾਈ ਕੋਰਟ ਨੇ ਕੀ ਲੈ ਲਿਆ ਜੀ, ਸੂਓ ਮੋਟੋ ਨੋਟਿਸ ਲੈ ਲਿਆ। ਤੇ ਦਿੱਲੀ ਦੇ ਵਿੱਚ 3 ਦਿਨ ਯਾਰ ਦੰਗੇ ਚੱਲਦੇ ਰਹੇ, ਕਤਲੇਆਮ ਹੁੰਦਾ ਰਿਹਾ, ਉਦੋਂ ਸਾਡੀਆਂ ਸਾਰੀਆਂ ਸੁਪਰੀਮ ਕੋਰਟਾਂ, ਹਾਈ ਕੋਰਟਾਂ ਤੇ ਸਾਰੇ ਹੀ ਸੁੱਤੇ ਰਹੇ ਯਾਰ। ਇਹਨੂੰ ਕਿਵੇਂ ਤੁਸੀਂ ਐਕਸਪਲੇਨ ਕਰਦੇ ਹੋ? ਸੋ ਇਹਦੇ 'ਚ ਮੈਂ ਸਮਝਦਾ ਸੁਖਵਿੰਦਰ ਜੀ, ਮਨਮੋਹਨ ਸਿੰਘ ਦਾ ਕੋਈ ਕਸੂਰ ਨਹੀਂ। ਇਹ ਸਾਡੀ ਬਹੁਤ ਗਿਣਤੀ ਵੱਡੀ ਬਹੁ ਭਾਈਚਾਰਾ ਜਿਹੜਾ ਸਾਡਾ ਹਿੰਦੂ ਭਾਈਚਾਰਾ ਹੈ, ਉਹਨਾਂ ਦੇ ਜਿਹੜੀ ਲੀਡਰਸ਼ਿਪ ਹੈ, ਮੈਂ ਉਹਨਾਂ ਨੂੰ ਕਟਹਿਰੇ ਵਿੱਚ ਖੜਾ ਕਰਦਾ। ਉਹਨਾਂ ਦੀ ਜ਼ਮੀਰ ਕਿਉਂ ਨਾ ਜਾਗੀ? ਉਦੋਂ ਦੀ ਛੱਡ ਦਿਓ, ਹੁਣ ਕਿਉਂ ਨਹੀਂ ਜਾਗਦੇ? ਹੁਣ ਸਿਆਸੀ ਨੁਕਤੇ ਦੇ ਤੌਰ ਤੇ ਤਾਂ ਗੱਲਾਂ ਕੀਤੀਆਂ ਜਾਂਦੀਆਂ, ਪਰ ਭਲਾ ਇਹਨਾਂ 'ਚ ਕੋਈ ਵੀ ਲਿਆਏ ਵੀ ਅਸੀਂ ਇਹ ਜੋ ਗਲਤ ਹੋਇਆ ਔਰ ਇਹਦੇ ਖਿਲਾਫ ਨਿੰਦਾ ਪ੍ਰਸਤਾਵ ਪੇਸ਼ ਕਰਦੇ। ਹਾਲਾਂਕਿ ਮੈਜੋਰਿਟੀ ਹੁਣ ਤੇ ਪਾਸ ਕਰ ਹੀ ਸਕਦੇ ਹਨ, ਹੁਣ ਕਿਉਂ ਨਹੀਂ ਕੀਤਾ ਜਾ ਰਿਹਾ? ਸੋ ਇਸ ਕਰਕੇ ਇਹਨੂੰ ਇਹ ਸਿਆਸਤ ਦੇ ਤੌਰ ਤੇ ਇਹਨੂੰ ਸਮਝਣਾ ਚਾਹੀਦਾ। ਜੀ ਸੁਖਵਿੰਦਰ ਜੀ। ਬਿਲਕੁਲ ਬਿਲਕੁਲ, ਦਿੱਲੀ ਸਿੱਖ ਕਤਲੇਆਮ ਨੂੰ ਲੈ ਕੇ ਲਗਾਤਾਰ ਇਹ ਵੀ ਸਵਾਲ ਉੱਠਦੇ ਰਹੇ। ਠੀਕ ਹੈ, ਡਾਕਟਰ ਮਨਮੋਹਨ ਸਿੰਘ ਹੋਰਾਂ ਦਾ ਕਾਰਜਕਾਲ ਕਿੱਦਾਂ ਦਾ ਰਿਹਾ? ਜੇ ਉਹਨਾਂ ਨੇ ਨਹੀਂ ਕੀਤਾ ਤੇ ਬਾਕੀ ਧਿਰਾਂ ਜਿਹੜੀਆਂ ਅਕਾਲੀ ਧਿਰਾਂ ਨੇ, ਉਹਨਾਂ ਨੇ 84 ਦੇ ਕਾਤਲਾਂ ਨੂੰ ਅੰਜਾਮ ਤੱਕ ਪਹੁੰਚਾਉਣ ਦੇ ਲਈ ਕੀ ਕੁਝ ਕੀਤਾ, ਕਿਸ ਤਰ੍ਹਾਂ ਦੇ ਪੈਂਤੜੇ ਅਪਣਾਏ? ਜਾਂ ਫਿਰ ਇਹ ਵੀ ਕਹਿ ਸਕਦੇ ਹਾਂ ਕਿ ਇਹ ਕਾਂਗਰਸ ਤੇ ਵੀ ਸਵਾਲ ਉੱਠਦੇ ਨੇ ਕਿ ਉਹਨਾਂ ਦੀ ਲੀਡਰਸ਼ਿਪ ਜਿਹੜੀ ਪੰਜਾਬ ਦੇ ਵਿੱਚ ਆ, ਉਹਨਾਂ ਨੇ ਕਿਸ ਤਰ੍ਹਾਂ ਸਿੱਖਾਂ ਦੇ ਜ਼ਖਮਾਂ ਦੇ ਉੱਤੇ ਜਿਹੜਾ ਮੱਲਮ ਪੱਟੀ ਲਾਉਣ ਦੀ ਕੋਸ਼ਿਸ਼ ਕੀਤੀ, ਜਾਂ ਫਿਰ ਨਮਕ ਛਿੜਕਿਆ ਗਿਆ, ਜਾਂ ਫਿਰ ਬੰਦੀ ਸਿੰਘਾਂ ਦੇ ਮਸਲੇ, ਇਸ ਮਸਲੇ ਸੁਲਝਾਏ ਜਾ ਸਕਦੇ ਸੀਗੇ, ਪਰ ਉਹ ਕਿਹੜੇ ਹਿੱਤ ਸੀ ਜਿਨ੍ਹਾਂ ਦੀ ਪੂਰਤੀ ਦੇ ਲਈ ਬਾਕੀ ਸਿਆਸੀ ਧਿਰਾਂ ਜਾਂ ਸਿਆਸੀ ਜਿਹੜੇ ਲੋਕ ਨੇ ਉਹਨਾਂ ਨੇ ਆਪਣੀਆਂ ਕਿਸੇ ਵੱਖਰੇ ਢੰਗ ਦੇ ਨਾਲ ਰਾਸ਼ਟਰਵਾਦੀ ਹੋ ਕੇ ਰੋਟੀਆਂ ਸੇਕੀਆਂ, ਬਜਾਏ ਇਸ ਦੇ ਕਿ ਤੁਸੀਂ ਸਿੱਖ ਮਸਲਿਆਂ ਦੇ ਉੱਤੇ ਕੋਈ ਸੁਹਿਰਦਤਾ ਦੇ ਨਾਲ ਬਹਿ ਕੇ ਹੱਲ ਕਢਵਾਓ। ਤੇ ਰਹੀ ਗੱਲ ਹੁਣ ਅਕਾਲੀ ਦਲ ਦੀ ਮੌਜੂਦਾ ਜਿਹੜੀ ਪੋਜੀਸ਼ਨ ਹੈ ਉਹਨੂੰ ਲੈ ਕੇ, ਭਾਵੇਂ ਇਹ ਬੀਜੇਪੀ ਦੇ ਨਾਲੋਂ ਵੱਖ ਹੋ ਚੁੱਕੇ ਨੇ, ਪਰ ਵਾਰ-ਵਾਰ ਇਹੀ ਗੱਲਾਂ ਤੁਰਦੀਆਂ ਕਿ ਜੇ ਮੌਕਾ ਮਿਲਿਆ ਤੇ ਮੇਲ ਕਿਸੇ ਵੇਲੇ ਵੀ ਹੋ ਸਕਦਾ, ਕੁਝ ਵੀ ਹੋ ਸਕਦਾ ਸਿਆਸਤ ਦੇ ਵਿੱਚ। ਪਰ ਅੱਜ ਦੀ ਘੜੀ ਪੋਜੀਸ਼ਨ ਕੀ ਹੈ? ਕੀ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਬਾਦਲ 2 ਹੀ ਸੀਟਾਂ ਬਚੀਆਂ ਇਹਨਾਂ ਦੀਆਂ ਸਿਆਸੀ ਤੌਰ ਦੇ ਉੱਤੇ ਲੋਕ ਸਭਾ ਦੇ ਵਿੱਚ, ਤੇ ਕੀ ਉਹਨੂੰ ਬਚਾ ਪਾਉਣਗੇ 2024 ਦੇ ਵਿੱਚ, ਜਾਂ ਉਸ ਤੋਂ ਵੱਧ ਕੋਈ ਮਾਰਕਾ ਮਾਰ ਸਕਣਗੇ ਪੰਜਾਬ ਦੀ ਸਿਆਸਤ ਦੇ ਸੰਦਰਭ 'ਚ ਤੇ ਕੇਂਦਰੀ ਸਿਆਸਤ ਦੇ ਸੰਦਰਭ 'ਚ? ਜਿਸ ਤਰ੍ਹਾਂ ਇਹ ਬੇਭਰੋਸਗੀ ਮਤਾ ਤੇ ਦਿੱਲੀ ਵਾਲੇ ਆਰਡੀਨੈਂਸ ਨੂੰ ਲੈ ਕੇ ਜਿਸ ਤਰੀਕੇ ਦੇ ਸਟੈਂਡ ਲੈ ਰਹੇ ਨੇ, ਜਾਂ ਫਿਰ ਇਹ ਖੁਦ ਸੂਬਿਆਂ ਦੇ ਜਮਹੂਰੀਅਤ ਦੀ ਗੱਲ ਕਰਦੇ ਨੇ, ਸੂਬਿਆਂ ਦੇ ਵਧੇਰੇ ਹੱਕਾਂ ਦੀ ਗੱਲ ਕਰਦੇ ਨੇ, ਜਦੋਂ ਇਹ ਅੱਜ ਇਹ ਗੱਲਾਂ ਵੱਲ ਨੂੰ ਤੁਰਦੇ ਨੇ, ਕੀ ਮਤਲਬ ਕਿ ਲੋਕ ਯਕੀਨ ਕਰ ਲੈਣ ਕਿ ਇਹ ਸਹੀ ਪਾਸੇ ਚੱਲ ਰਹੇ ਨੇ, ਜਾਂ ਵਾਰ-ਵਾਰ ਉਹੀ ਗੱਲ ਆਉਂਦੀ ਹੈ ਕਿ
ਜਦੋਂ ਤੱਕ ਬਾਦਲ ਪਰਿਵਾਰ ਦਾ ਜਿਹੜਾ ਉਹ ਗਲਬਾ ਆ ਉਹ ਇਹਨਾਂ ਧਾਰਮਿਕ ਸਭਾ ਦੇ ਉੱਤੇ, ਜੇ ਸਿਆਸੀ ਸਭਾ ਦੇ ਉੱਤੇ ਸਿੱਖਾਂ ਦੇ ਉੱਤੇ ਰਹੇਗਾ, ਉਦੋਂ ਤੱਕ ਕੁਝ ਵੀ ਜਿਹੜਾ ਉਹ ਮਤਲਬ ਕਿ ਸਾਰਾ ਕੁਝ ਇਸ ਤਰ੍ਹਾਂ ਹੋਏਗਾ ਕਿ ਇਹ ਇੱਕ ਦਿਖਾਵੇ ਮਾਤਰ ਸਿਆਸਤ ਹੈ। ਸੁਖਵਿੰਦਰ ਜੀ, ਇਹਦੇ ਦੋ ਪੱਖ ਹੈ। ਪਹਿਲੀ ਗੱਲ ਤੇ ਹੈ ਕਿ ਸਿਆਸੀ ਜਿਹੜੇ ਗੱਠਜੋੜ ਹੁੰਦੇ ਆ ਨਾ, ਉਹ ਸਿਆਸੀ ਮਜਬੂਰੀਆਂ ਵਿੱਚੋਂ ਹੀ ਨਿਕਲਦੇ ਹੈ। ਔਰ ਆਪਾਂ ਕਈ ਵਾਰ ਗੱਲ ਕੀਤੀ ਹੈ ਕਿ ਇਹਦੇ ਸਿਧਾਂਤ ਆਧਾਰ ਨਹੀਂ ਹੁੰਦੇ, ਉਹ ਸਿਆਸੀ ਮੁਫਾਦ ਔਰ ਤਾਕਤ ਦੀ ਪ੍ਰਾਪਤੀ ਵਾਸਤੇ ਹੀ ਇਹ ਗੱਠਜੋੜ ਹੁੰਦੇ ਆ। ਜਦੋਂ ਆਪਾਂ ਇਹਨੂੰ ਸਿਧਾਂਤਾਂ ਨਾਲ ਜੋੜ ਲੈਂਦੇ ਹਾਂ, ਉਹ ਸਿਰਫ ਲੋਕ ਦਿਖਾਵੇ ਵਾਸਤੇ ਹੁੰਦੇ ਹੈ, ਉਹਨੂੰ ਉੱਪਰ ਲਵਾਦਾ ਜਾਂ ਪਵਾ ਦਿੰਦੇ ਆ। ਪਰ ਮੁੱਢਲੇ ਤੌਰ ਤੇ ਜਦੋਂ ਸਿਆਸੀ ਲੀਡਰ ਉਹ ਗੱਠਜੋੜ ਕਰਦੇ ਆ ਨਾ ਜੀ, ਉਹ ਫਿਰ ਆਪਣਾ ਦੇਖਦੇ ਆ ਵੀ ਇਹ ਸਾਨੂੰ ਲਾਹੇਵੰਦ ਤਾਕਤ ਦੀ ਖੇਡ ਵਿੱਚ ਠੀਕ ਰਹੇਗਾ ਕਿ ਨਹੀਂ ਰਹੇਗਾ, ਆਉਣ ਵਾਲੀਆਂ ਚੋਣਾਂ ਵਿੱਚ ਸਾਨੂੰ ਠੀਕ ਰਹੇਗਾ ਕਿ ਨਹੀਂ ਰਹੇਗਾ। ਸੋ ਇਸ ਵੇਲੇ ਜਿਹੜੀ ਅਕਾਲੀ ਦਲ ਦੀ ਸਥਿਤੀ ਹੈ, ਆਪਾਂ ਨੂੰ ਪਤਾ ਹੈ ਕਿ ਅਕਾਲੀ ਦਲ ਦਾ ਮਾਸ ਬੇਸ ਜਿਹੜਾ ਹੈ ਉਹ ਕਾਫੀ ਹੱਦ ਤੱਕ ਖੁਰ ਚੁੱਕਿਆ ਹੋਇਆ ਤੇ ਉਹ ਢਾਂਚਾ ਜ਼ਰੂਰ ਇਸ ਵੇਲੇ ਹੈਗਾ। ਪਰ ਹੁਣ ਸਮੱਸਿਆ ਦਾ ਪਾ ਕੇ ਇਹ ਹੈ ਕਿ ਇਸ ਸਥਿਤੀ ਦੇ ਵਿੱਚ ਹੁਣ ਅਕਾਲੀ ਦਲ ਜਿਹੜਾ ਹੈ ਉਹ ਬਿਨ ਬੁਲਾਏ ਤੇ ਕਿਸੇ ਦੇ ਨਾਲ ਜਾ ਨਹੀਂ ਨਾ ਸਕਦਾ। ਉਹ ਚਾਹੇ ਚਾਹੁਣ ਵੀ ਕਿ ਉਹ ਬੀਜੇਪੀ ਦੇ ਨਾਲ ਸਮਝੌਤਾ ਕਰ ਲੈਣ, ਪਰ ਬੀਜੇਪੀ ਦੇ ਨਾਲ ਸਮਝੌਤਾ ਉਹ ਇਸ ਤਰ੍ਹਾਂ ਕਰਨ ਕਿ ਜਿਹੜਾ ਉਹਨਾਂ ਦੇ ਹੱਕ ਵਿੱਚ ਨਾ ਹੋਵੇ ਔਰ ਉਹਨਾਂ ਦੀ ਹੇਠੀ ਹੁੰਦੀ ਹੋਵੇ ਆਪਣੇ ਵੋਟ ਬੇਸ ਦੇ ਵਿੱਚ, ਉਹ ਅਕਾਲੀ ਦਲ ਨਹੀਂ ਕਰ ਸਕੇਗਾ। ਅਕਾਲੀ ਦਲ ਬੀਜੇਪੀ ਨਾਲ ਜੇ ਸਮਝੌਤਾ ਕਰਨਾ ਹੈ ਤੇ ਉਹਨਾਂ ਸ਼ਰਤਾਂ ਤੇ ਹੀ ਹੋਏਗਾ ਜਿਹਦੇ ਨਾਲ, ਜਿਹਨੂੰ ਕਹਿੰਦੇ ਨੱਕ ਰਹਿ ਜਾਏ, ਅਕਾਲੀਆਂ ਦਾ ਆਪਣਾ ਲੋਕਾਂ ਦੇ ਵਿੱਚ ਭੱਲ ਜਿਹੜੀ ਬਣੀ ਹੋਈ ਆ ਉਹ ਨਾ ਖਰਾਬ ਹੋਵੇ। ਤੇ ਜੇ ਉਹ ਬਿਲਕੁਲ ਦਬੇਲ ਹੋ ਕੇ ਸਮਝੌਤਾ ਕਰਨਗੇ ਤੇ ਫਿਰ ਸਮਝੌਤੇ ਦਾ ਅਕਾਲੀਆਂ ਨੂੰ ਫਾਇਦਾ ਨਹੀਂ ਹੋਣਾ। ਇਸ ਕਰਕੇ ਇਹ ਸਮਝੌਤਾ ਅਜੇ ਹੋ ਨਹੀਂ ਰਿਹਾ, ਉਹ ਸਹਿਮਤੀ ਨਹੀਂ ਬਣ ਰਹੀ ਕਿ ਅਕਾਲੀ ਦਲ ਨੂੰ ਜਿਹੜੀ ਹੈ ਉਹ ਕਿੰਨੀਆਂ ਸੀਟਾਂ ਮਿਲਣੀਆਂ ਤੇ ਕੀ ਸਥਾਨ ਮਿਲਣਾ। ਅਜੇ ਬੀਜੇਪੀ ਨੂੰ ਲੱਗਦਾ ਇਹ ਹੈ ਕਿ ਅਕਾਲੀ ਦਲ ਨੂੰ ਹੋਰ ਕਮਜ਼ੋਰ ਕੀਤਾ ਜਾ ਸਕਦਾ, ਤੋੜਿਆ ਜਾ ਸਕਦਾ। ਅਜੇ ਉਹ ਐਕਸਰਸਾਈਜ਼ ਉਹ ਕਰ ਰਹੇ ਹੈ। ਉਹ ਦੇਖ ਲੈਣਗੇ ਜਦੋਂ ਐਕਸਰਸਾਈਜ਼ ਉਹਨਾਂ ਦੀ ਕਾਮਯਾਬ ਜੇ ਹੋ ਗਈ ਤੇ ਵਾਹ ਭਲਾ, ਉਹਨਾਂ ਨੂੰ ਠੀਕ ਲੱਗਦਾ। ਜੇ ਲੱਗਿਆ ਵੀ ਨਹੀਂ ਹੋਈ ਤੇ ਫਿਰ ਉਹ ਅਖੀਰ ਤੇ 24 ਦੇ ਨੇੜੇ ਜੇ ਜਾ ਕੇ ਇਹਨਾਂ ਨਾਲ ਸਮਝੌਤਾ ਵੀ ਕਰ ਸਕਦੇ ਆ, ਅਕਾਲੀਆਂ ਦੀਆਂ ਸ਼ਰਤਾਂ ਮੰਨ ਕੇ ਵੀ ਕਰ ਸਕਦੇ। ਦੂਸਰੇ ਪਾਸੇ ਆਪਾਂ ਅੱਗੇ ਵੀ ਇੱਕ ਵਾਰ ਗੱਲ ਕੀਤੀ ਸੀ ਵੀ ਅਕਾਲੀਆਂ ਕੋਲ ਕੋਈ ਚੁਆਇਸ ਹੈ ਨਹੀਂ। ਦੂਸਰੇ ਪਾਸੇ ਹੁਣ ਉਹ ਕਿਹਦੇ ਨਾਲ ਸਮਝੌਤਾ ਕਰਨ? ਆਮ ਆਦਮੀ ਪਾਰਟੀ ਉਹਨਾਂ ਨਾਲ ਸਮਝੌਤਾ ਕਰਨਾ ਹੀ ਨਹੀਂ ਚਾਹੁੰਦੀ ਕਿਉਂਕਿ ਉਹ ਤਾਂ ਬਿਲਕੁਲ ਭਾਰੂ ਧਿਰ ਦੇ ਤੌਰ ਤੇ ਹੈਗੀ ਹੈ, ਤੇ ਕਾਂਗਰਸ ਨਾਲ ਉਹ ਜਾ ਹੀ ਨਹੀਂ ਸਕਦੇ। ਆਪਾਂ ਨੂੰ ਪਤਾ ਕਿ ਕਾਂਗਰਸ ਦੇ ਨਾਲ ਸਪੋਰਟ ਬੇਸ ਜਿਹੜਾ ਅਕਾਲੀਆਂ ਦਾ ਹੈਗਾ ਉਹ ਕਾਂਗਰਸ ਦੇ ਖਿਲਾਫ ਹੈ। ਸੋ ਉਹ ਫਿਰ ਚੋਇਸ ਜਿਹਨੂੰ ਆਪਾਂ ਕਹਿੰਦੇ ਨਾ ਸੱਪ ਦੇ ਮੂੰਹ 'ਚ ਕਿਰਲੀ ਵਾਲੀ ਚੋਇਸ ਹੀ ਹੈ ਨਹੀਂ ਅਕਾਲੀਆਂ ਕੋਲ ਇਸ ਵੇਲੇ। ਜਿਹੜੀ ਗਿਵਨ ਸਿਚੁਏਸ਼ਨ ਹੈ ਕਿ ਜੋ ਇਸ ਵੇਲੇ ਅਵਸਥਾ ਹੈਗੀ ਹੈ ਉਹਦੇ ਵਿੱਚ ਤੇ ਇਹੀ ਪੋਜੀਸ਼ਨ ਬਣਦੀ ਹੈ ਕਿ ਉਹ ਸੁਤੰਤਰ ਰੂਪ ਵਿੱਚ ਤੀਸਰੀ ਚੌਥੀ ਧਿਰ ਜੋ ਵੀ ਹੈਗੀ ਹੈ ਉਹ ਲੈ ਕੇ ਉਹ ਇਲੈਕਸ਼ਨ ਲੜਨ। ਉਹਨਾਂ ਨੂੰ ਉਹਦੇ 'ਚ ਕੋਈ ਪ੍ਰਾਪਤੀ ਹੁੰਦੀ ਹੈ ਨਹੀਂ ਹੁੰਦੀ, ਉਹ ਤੇ ਇਲੈਕਟੋਰਲ ਪੋਲਿਟਿਕਸ ਅਜੇ ਸਮਾਂ ਹੈ ਉਦੋਂ ਹੀ ਦੱਸੇਗਾ। ਪਰ ਇਸ ਵੇਲੇ ਮਜਬੂਰੀ ਇਹ ਹੈ ਸੁਖਵਿੰਦਰ ਜੀ, ਅਕਾਲੀਆਂ ਕੋਲ ਕੋਈ ਚੋਇਸ ਨਹੀਂ, ਸੁਤੰਤਰ ਰੂਪ ਦੇ ਵਿੱਚ ਇਲੈਕਸ਼ਨ ਲੜਨ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ। ਜੀ ਸੁਖਵਿੰਦਰ ਜੀ ਬਿਲਕੁਲ। ਪਰ ਇਹਦੇ ਵਿਚਾਲੇ ਜਦੋਂ ਅਸੀਂ ਪੋਜੀਸ਼ਨ ਇਹ ਦੇਖਦੇ ਹਾਂ ਕਿ ਧਾਰਮਿਕ ਸਭਾ ਦੇ ਵਿੱਚ ਕਿੱਦਾਂ ਦੀ ਹੈ, ਸ੍ਰੀ ਹਜ਼ੂਰ ਸਾਹਿਬ ਬੋਰਡ ਦੇ ਵਿੱਚ ਕਲੈਕਟਰ ਨੂੰ ਜਿਹੜਾ ਉਹ ਪ੍ਰਬੰਧਕ ਬਣਾਇਆ ਗਿਆ ਆ, ਉੱਥੋਂ ਦੇ ਮੈਂ ਜਿਹੜੇ ਸਾਬਕਾ ਪ੍ਰਬੰਧਕ ਰਹਿ ਚੁੱਕੇ ਨੇ ਪਸਰੀਚਾ ਸਾਹਿਬ, ਉਹਨਾਂ ਦੀ ਆਡੀਓ ਚੈਨਲ ਤੇ ਇੰਟਰਵਿਊ ਚੱਲ ਰਹੀ ਸੀ, ਉਹ ਦੱਸ ਰਹੇ ਸੀਗੇ ਉਹਦੇ ਵਿੱਚ ਉਹ ਕਹਿੰਦੇ ਜਦੋਂ ਤੱਕ ਮਤਲਬ ਕਿ ਇੱਕ ਇਲੈਕਸ਼ਨ ਦਾ ਐਲਾਨ ਜਾਂ ਇਲੈਕਸ਼ਨ ਨਹੀਂ ਹੋ ਜਾਂਦੀ ਜਿਹੜੀ ਗੁਰਦੁਆਰਾ ਸਾਹਿਬ ਦੇ ਬੋਰਡ ਦੀ ਜਾਂ ਜਿਵੇਂ ਦੀ ਵੀ ਹੁੰਦੀ ਆ, ਉਦੋਂ ਤੱਕ ਕਹਿੰਦੇ ਇਹ ਪਹਿਲਾਂ ਵੀ ਕਹਿੰਦੇ ਹੁੰਦਾ ਰਿਹਾ ਵੀ ਕਲੈਕਟਰ ਨੂੰ ਜ਼ਿੰਮੇਵਾਰੀ ਦੇ ਦਿੱਤੀ ਜਾਂਦੀ ਹੈ। ਪਰ ਜਿਸ ਤਰੀਕੇ ਦੇ ਨਾਲ ਜ਼ਿੰਮੇਵਾਰੀ ਦਿੱਤੀ ਗਈ ਹੈ, ਜਿਵੇਂ ਉਹ ਮੈਂ ਦੇਖ ਰਿਹਾ ਸੀਗਾ ਤਸਵੀਰਾਂ ਚੱਲ ਰਹੀਆਂ ਸੋਸ਼ਲ ਮੀਡੀਆ ਦੇ ਉੱਤੇ, ਉਹ ਤੋਂ ਏਦਾਂ ਲੱਗਦਾ ਹੈ ਕਿ ਸਰਕਾਰ ਨੇ ਬੜੇ ਸੋਚੇ ਸਮਝੇ ਢੰਗ ਦੇ ਨਾਲ ਇਹ ਫੈਸਲਾ ਲਿਆ
ਤੇ ਇਹਨੂੰ ਲੰਬਾ ਲਿਜਾਣ ਦੀ ਕੋਸ਼ਿਸ਼ ਹੈ। ਤੇ ਇਸ ਤਰੀਕੇ ਦੇ ਨਾਲ ਫਿਰ ਇਸੇ ਤਸਵੀਰ ਨੂੰ ਸ਼੍ਰੋਮਣੀ ਕਮੇਟੀ 'ਚ ਵੀ ਫਿੱਟ ਕੀਤਾ ਜਾਂਦਾ ਹੈ ਵੀ ਜੇ ਮੰਨ ਲਓ ਕੱਲ ਨੂੰ ਸ਼੍ਰੋਮਣੀ ਕਮੇਟੀ ਦੇ ਵਿੱਚ ਵੀ ਏਦਾਂ ਕਰ ਦਿੱਤਾ ਜਾਵੇ ਕਿ ਅੰਮ੍ਰਿਤਸਰ ਦੇ ਡੀਸੀ ਨੂੰ ਸਾਰੇ ਅਧਿਕਾਰ ਦੇ ਦਿੱਤੇ ਜਾਣ ਜਾਂ ਕਿਸੇ ਹੋਰ ਅਫਸਰ ਨੂੰ ਇਹੋ ਜਿਹੇ ਨੂੰ ਅਧਿਕਾਰ ਦੇ ਦਿੱਤੇ ਜਾਣ ਤਾਂ ਫਿਰ ਓਪੋਜੀਸ਼ਨ ਕਿੱਦਾਂ ਦੀ ਹੋਏਗੀ? ਕੀ ਰਿਐਕਸ਼ਨ ਜਿਹੜਾ ਆ ਸਿੱਖ ਸਫਾਂ ਦੇ ਵਿੱਚੋਂ ਇਸੇ ਢੰਗ ਨਾਲ ਆਏਗਾ ਕਿ ਇੱਕਾ ਦੁੱਕਾ ਤੁਸੀਂ ਕੋਈ ਲੈਟਰ ਲਿਖ ਦਿਓ ਤੇ ਉਸ ਤੋਂ ਬਾਅਦ ਉੱਤੇ ਚੁੱਪ ਕਰਕੇ ਬਹਿ ਜਾਓ ਤੇ ਉਹ ਆਪਣੀ ਕਾਰਵਾਈ 'ਚ ਲੱਗੇ ਹੋਏ ਨੇ, ਇਸੇ ਢੰਗ ਨਾਲ ਫਿਰ ਕਹਿੰਦੇ ਇੱਥੇ ਹੋਏਗਾ? ਤਾਂ ਫਿਰ ਸਿੱਖਾਂ ਦੇ ਸੰਸਥਾਵਾਂ ਨੂੰ ਲੈ ਕੇ ਜਾਂ ਸਿੱਖ ਮਸਲਿਆਂ ਨੂੰ ਲੈ ਕੇ ਕਿਸ ਤਰ੍ਹਾਂ ਦੇ ਮਾਪਦੰਡ ਹੋਣਗੇ, ਕਿਸ ਤਰ੍ਹਾਂ ਦੀ ਪੋਜੀਸ਼ਨ ਲਈ ਜਾਏਗੀ? ਜਾਂ ਫਿਰ ਇਸੇ ਢੰਗ ਨਾਲ ਚੁੱਪ ਕਰਕੇ ਬਹਿ ਜਾਇਆ ਜਾਏਗਾ ਕਿ ਇੱਕ ਦੋ ਲੈਟਰ ਲਿਖ ਦਿਓ ਤੇ ਸਰ ਜਾਂਦਾ ਆ? ਸੁਖਵਿੰਦਰ ਜੀ, ਇਸ ਵੇਲੇ ਜਿਹੜੀ ਅਵਸਥਾ ਸਿੱਖ ਭਾਈਚਾਰੇ ਦੀ ਹੈ ਉਹ ਖਿੰਡੀ ਪੁੰਡੀ ਤਾਕਤ ਹੈ, ਆਪਾ ਧਾਪੀ ਹੈ, ਕੇਂਦਰ ਮਜ਼ਬੂਤ ਨਹੀਂ ਹੈ। ਜਦੋਂ ਕੇਂਦਰ ਮਜ਼ਬੂਤ ਨਾ ਹੋਏ ਤੇ ਹੰਨੇ ਮੇਰੀ ਹੋ ਜਾਏ, ਜਿਸ ਨੂੰ ਆਪਾਂ ਕਹਿੰਦੇ ਆ, ਤੇ ਉਹਦੇ ਨਾਲ ਸੰਗਠਿਤ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ। ਔਰ ਉਹਦੇ ਨਾਲ ਹੁੰਦਾ ਇਹ ਹੈ ਕਿ ਵਿਰੋਧੀ ਧਿਰਾਂ ਜਿਹੜੀਆਂ ਉਹ ਆਪਣੀ ਖੇਡ ਸਕਦੀਆਂ, ਤੁਹਾਡੇ ਤੇ ਵਾਰ ਕਰ ਸਕਦੀਆਂ ਜੋ ਉਹਨਾਂ ਨੂੰ ਸੂਟ ਕਰਦਾ। ਮੈਨੂੰ ਯਾਦ ਹੈ ਕਿ 1999 ਦੇ ਵਿੱਚ ਜਦੋਂ ਖਾਲਸੇ ਦੀ ਤੀਸਰੀ ਸ਼ਤਾਬਦੀ ਮਨਾਈ ਗਈ ਸੀ, ਉਦੋਂ ਪ੍ਰੋਫੈਸਰ ਮਨਜੀਤ ਸਿੰਘ ਹੋਣੀ ਸਾਬਕਾ ਉਹ ਜਥੇਦਾਰ ਉੱਥੇ ਹੁੰਦੇ ਸੀ ਅਨੰਦਪੁਰ ਸਾਹਿਬ ਦੇ। ਉਦੋਂ ਉਹਨਾਂ ਨੇ ਇੱਕ ਇਨਸੀਡੈਂਟ ਮੈਨੂੰ ਦੱਸਿਆ ਕਿ ਉਦੋਂ ਬਾਦਲ ਸਾਹਿਬ ਦੀ ਸਰਕਾਰ ਸੀ ਤੇ ਉਦੋਂ ਬੀਜੇਪੀ ਦੇ ਜਿਹੜੇ RSS ਦੇ ਵਰਕਰ ਸੀ ਉਹ ਮਤਲਬ ਕੇਸਰੀ ਭਗਵੇ ਕੱਪੜੇ ਪਾ ਕੇ ਇੱਕ ਜਥਾ ਉਹਦੇ ਵਿੱਚ ਸ਼ਾਮਲ ਹੋਣ ਵਾਸਤੇ ਆਇਆ ਸੀ ਤੀਸਰੀ ਸ਼ਤਾਬਦੀ ਦੇ ਵਿੱਚ। ਤੇ ਉਹ ਆ ਕੇ ਇਨਸਿਸਟ ਕਰਦੇ ਸੀ ਕਿ ਸਾਡਾ ਜਥਾ ਜਿਹੜਾ ਹੈ ਇਹ ਸਾਰੇ ਜਲੂਸ ਦੀ ਅਗਵਾਈ ਕਰੇ, ਉੱਥੋਂ ਆਪਣਾ ਕੇਸਗੜ੍ਹ ਸਾਹਿਬ ਤੋਂ ਨਹੀਂ, ਆਪਣੇ ਜਿੱਥੇ ਕੀਰਤਪੁਰ ਸਾਹਿਬ ਤੋਂ ਕੇਸਗੜ੍ਹ ਸਾਹਿਬ ਤੱਕ। ਤੇ ਪ੍ਰੋਫੈਸਰ ਮਨਜੀਤ ਸਿੰਘ ਹੁਣਾਂ ਨੇ ਕਿਹਾ ਸੀ ਕਿ ਨਹੀਂ, ਇਹ ਸੰਭਵ ਨਹੀਂ ਹੋ ਸਕਦਾ, ਇਹ ਖਾਲਸੇ ਦਾ ਹੈ ਦਿਹਾੜਾ ਅਸੀਂ ਮਨਾ ਰਹੇ, ਤੁਸੀਂ ਸ਼ਾਮਲ ਹੋ, ਜਮ ਆਓ, ਪਰ ਜੇ ਤੁਸੀਂ ਕਹੋ ਕਿ ਤੁਸੀਂ ਇਹਨੂੰ ਲੀਡ ਕਰੋਗੇ ਤੇ ਇਹ ਸੰਭਵ ਨਹੀਂ। ਇਸ ਤੇ ਉਹ ਨਾਰਾਜ਼ ਹੋ ਗਏ ਸੀ। ਔਰ ਪ੍ਰੋਫੈਸਰ ਮਨਜੀਤ ਸਿੰਘ ਨੇ ਮੈਨੂੰ ਦੱਸਿਆ ਕਿ ਉਹਨਾਂ ਨੇ ਇਹ ਜਿਹਨੂੰ ਕਹਿੰਦੇ ਨਾ ਕਿ ਇੱਕ ਤਰ੍ਹਾਂ ਦਾ ਇਹ ਮਿਹਣਾ ਦਿੱਤਾ ਇਹਨਾਂ ਨੂੰ ਕਿ ਤੁਸੀਂ ਸਾਡੀ ਹੁਣ ਗੱਲ ਮੰਨ ਰਹੀ ਨੇ, ਅਸੀਂ ਤੁਹਾਡੇ ਨਾਲ ਚੱਲਣ ਦੀ ਕੋਸ਼ਿਸ਼ ਕਰਦੇ ਹਾਂ ਤੇ ਤੁਸੀਂ ਸਾਨੂੰ ਨਾਲ ਲਾਉਂਦੇ ਨਹੀਂ। ਤੁਸੀਂ ਦੇਖਣਾ ਇੱਕ ਦਿਨ ਆਏਗਾ ਕਿ ਸਾਡੇ ਸਾਰੇ ਹੀ ਜਥੇ ਜਿਹੜੇ ਤਖਤ ਹਨ ਨਾ, ਇਹਨਾਂ ਦੇ ਜਥੇਦਾਰ ਸਾਡੇ ਹੋਣਗੇ। ਯਾਨੀ ਕਿ ਇਹ ਮਾਨਸਿਕਤਾ ਹੈ ਉਹਨਾਂ ਦੀ, ਕਿਸ ਦਿਸ਼ਾ ਵਿੱਚ ਉਹ ਤੁਰ ਰਹੇ ਹਨ, ਇਹ ਉਹਦਾ ਸੂਚਕ ਹੈ। ਔਰ ਉਹਨੂੰ ਤੋਂ ਮੈਂ ਹੁਣ ਧਿਆਨ ਵਿੱਚ ਰੱਖ ਕੇ ਗੱਲ ਕਰ ਰਿਹਾ ਕਿ ਜਿੱਥੇ ਕਿਤੇ ਵੀ ਬੀਜੇਪੀ ਦੀਆਂ ਸਰਕਾਰਾਂ ਦੀ ਨਾਲ ਹੁੰਦੀ ਹੈ, ਤਾਕਤ ਵਿੱਚ ਹੁੰਦੀ, ਚਾਹੇ ਬਿਹਾਰ ਵਿੱਚ ਆਈ, ਆਪਾਂ ਨੂੰ ਪਤਾ ਹੈ ਬਿਹਾਰ ਦੇ ਵਿੱਚ ਉਹਨਾਂ ਨੇ ਤਖਤ ਹਰਿਮੰਦਰ ਸਾਹਿਬ ਜਿਹੜਾ ਉੱਥੋਂ ਦਾ ਹੈਗਾ, ਉੱਥੇ ਦਖਲ ਅੰਦਾਜ਼ੀ ਕੀਤੀ, ਆਪਣੀ ਕਿਸਮ ਦੇ ਬੰਦੇ ਉਹਨਾਂ ਨੇ ਲਾਏ। ਆਪਾਂ ਨੂੰ ਪਤਾ ਹੈ ਕਿ ਉਹ ਜਥੇਦਾਰ ਹੁਣ ਹਟਾ ਦਿੱਤਾ ਗਿਆ, ਉੱਥੇ ਬੜਾ ਰੌਲਾ ਪਿਆ, ਪਰ ਉਹ ਉਹਨਾਂ ਦਾ ਹੀ ਥਾਪਿਆ ਹੋਇਆ ਸੀਗਾ, ਜਿਹਦੇ ਤੇ ਬੜੀਆਂ ਹੀ ਬਹੁਤ ਕਿੰਤੂ ਵੀ ਉੱਠੇ। ਔਰ ਇੱਦਾਂ ਹੀ ਉੱਥੇ ਹੁਣ ਮਹਾਰਾਸ਼ਟਰ ਦੇ ਵਿੱਚ ਦੂਸਰਾ ਤਖਤ ਹੈਗਾ ਜਿਹੜਾ ਉੱਥੇ ਸੱਚਖੰਡ ਆਪਣੇ ਹਜ਼ੂਰ ਸਾਹਿਬ ਦਾ, ਉੱਥੇ ਵੀ ਉਹਨਾਂ ਦੀ ਸਰਕਾਰ ਹੈ, ਪਰ ਉੱਥੇ ਦਖਲਅੰਦਾਜ਼ੀ ਉਹਨਾਂ ਦੀ ਹੈਗੀ ਹੈ। ਹੁਣ ਤਖਤ 3 ਸਿਰਫ ਪੰਜਾਬ 'ਚ ਹੈਗੇ, ਉਹਨਾਂ ਕਰਕੇ ਇਹ ਬਚੇ ਹੋਏ। ਜੇ ਇਹਨਾਂ ਦੀ ਇੱਥੇ ਤਾਕਤ ਆ ਗਈ ਤੇ ਉਹਨਾਂ ਨੇ ਇੱਥੇ ਵੀ ਦਖਲਅੰਦਾਜ਼ੀ ਕਰਨੀ ਹੈ। ਸੋ ਇਹ ਉਹਨਾਂ ਦਾ ਹਿੰਦੂਤਵ ਏਜੰਡਾ ਹੈਗਾ, ਇਹ ਸਾਨੂੰ ਮੰਨ ਲੈਣਾ ਚਾਹੀਦਾ ਹੈ ਔਰ ਸਾਨੂੰ ਇਹ ਤੋਂ ਸੁਚੇਤ ਹੋਣ ਦੀ ਲੋੜ ਹੈਗੀ ਹੈ। ਔਰ ਅਸੀਂ ਇਹ ਭਾਈ ਸਾਡੇ ਵਿਰੋਧੀ ਕਿਉਂ ਨਾ ਕਰਨ। ਸੁਖਵਿੰਦਰ ਜੀ, ਮੈਂ ਹਮੇਸ਼ਾ ਇਹ ਕਹਿਣਾ ਹੁੰਦਾ ਵੀ ਵਿਰੋਧੀਆਂ ਦੇ ਨੁਕਸ ਕੱਢਣ ਦੀ ਬਜਾਏ ਸਾਨੂੰ ਖੁਦ ਸੁਚੇਤ ਹੋਣ ਦੀ ਲੋੜ ਹੈ। ਜਦੋਂ ਅਸੀਂ ਹੀ ਇੱਕ ਮੁੱਠ ਨਹੀਂ ਹੈਗੇ, ਅਸੀਂ ਇੱਕ ਦੂਜੇ ਦੀ ਪੱਗ ਲਾਉਣ ਨੂੰ, ਲੱਤਾਂ ਖਿੱਚਣ ਨੂੰ, ਸਾਡੀ ਇਸ ਵੇਲੇ ਖਾਨਾ ਜੰਗੀ ਹੈ। ਹੁਣ ਖਾਨਾ ਜੰਗੀ ਦੇ ਵਿੱਚ ਪੈ ਕੇ ਇੱਕ ਦੂਸਰੇ ਨੂੰ ਅਸੀਂ ਵੱਢਣ ਟੁੱਕਣ ਤੇ ਲੱਗੇ ਹੋਏ। ਜਦੋਂ ਇਸ ਤਰ੍ਹਾਂ ਦੀ ਗੱਲ ਸਾਡੀ ਖਾਨਾ ਜੰਗੀ ਦੀ ਹੈਗੀ ਹੈ ਤੇ ਸਾਡਾ ਵਿਰੋਧੀ ਭਾਈ ਇਹਦਾ ਫਾਇਦਾ ਕਿਉਂ ਨਾ ਉਠਾਏ। ਸੋ ਇਹਦਾ ਹੱਲ ਤੇ ਸੁਖਵਿੰਦਰ ਜੀ ਸਾਨੂੰ ਅੰਤਰਝਾਤ ਪਾਉਣ ਦੀ ਲੋੜ ਹੈ ਕਿ ਕੌਮ ਦੇ ਵਿੱਚੋਂ ਅਜਿਹਾ
ਕੋਈ ਸਿਸਟਮ ਅਸੀਂ ਕਿਉਂ ਸਿਰਜਣ ਵਿੱਚ ਅਸਮਰੱਥ ਹਾਂ? ਅਸੀਂ ਇਹੋ ਜਿਹੀ ਲੀਡਰਸ਼ਿਪ ਕਿਉਂ ਪੈਦਾ ਕਰਨ ਵਿੱਚ ਅਸਮਰੱਥ ਹਾਂ ਜਿਹੜੀ ਭਾਈਚਾਰੇ ਦੇ ਵੱਡੇ ਹਿੱਸਿਆਂ ਨੂੰ ਨਾਲ ਲੈ ਕੇ ਤੁਰ ਸਕੇ? ਅਸੀਂ ਇਹ ਦੇਖੋ, ਸੁਖਬੀਰ ਹੋਣਾ ਨੂੰ ਗਾਲ ਕੱਢੋ, ਬਾਦਲਾਂ ਨੂੰ ਗਾਲ ਕੱਢੋ, ਉਹਨਾਂ 'ਚ 100 ਨੁਕਸ ਨੇ, ਆਪਾਂ ਨੂੰ ਸਾਰਿਆਂ ਨੂੰ ਪਤਾ, ਇਹ 'ਚ ਕੋਈ ਸ਼ੱਕ ਹੀ ਨਹੀਂ ਹੈਗੀ। ਪਰ ਜਿਹੜੇ ਵਿਰੋਧ ਕਰ ਰਹੇ ਉਹ ਕੀ ਕਰ ਰਹੇ ਨੇ? ਉਹ ਕੀ ਪੋਜ਼ਿਟਿਵ ਐਟੀਟਿਊਡ ਲੈ ਕੇ ਆ ਰਹੇ ਨੇ? ਉਹ ਕਿਹੜਾ ਪ੍ਰੋਗਰਾਮ ਲੈ ਕੇ ਆ ਰਹੇ ਨੇ? ਸਿਰਫ ਤੇ ਸਿਰਫ ਇਹ ਤੇ ਏਜੰਡਾ ਨਹੀਂ ਨਾ ਹੋ ਸਕਦਾ। ਜੇ ਇਹੀ ਏਜੰਡਾ ਹੈਗਾ ਕਿ ਅਸੀਂ ਸੁਖਬੀਰ ਨੂੰ ਮਾਰਨਾ ਜੀ, ਸੁਖਬੀਰ ਨੂੰ ਹਟਾਉਣਾ ਜੀ, ਇਹ ਏਜੰਡਾ ਥੋੜਾ ਯਾਰ। ਪੋਲਿਟਿਕਸ ਇਦਾਂ ਏਜੰਡੇ ਨਹੀਂ ਚੱਲਦੇ ਹੁੰਦੇ। ਤੁਸੀਂ ਉਸਾਰੂ ਏਜੰਡਾ ਲੈ ਕੇ ਆਓ, ਉਸਾਰੂ ਏਜੰਡੇ ਨੂੰ ਸਿੱਖ ਭਾਈਚਾਰੇ ਦੇ ਸਾਹਮਣੇ ਲੈ ਕੇ ਆਓ ਔਰ ਸਿੱਖ ਭਾਈਚਾਰੇ ਨੂੰ ਆਪਣੇ ਨਾਲ ਤੋਰੋ, ਤਾਂ ਗੱਲ ਬਣਦੀ ਹੈ। ਸਿਰਫ ਤੇ ਸਿਰਫ ਇਹ ਏਜੰਡਾ ਨਹੀਂ ਹੁੰਦਾ। ਜਦੋਂ ਇਹ ਏਜੰਡਾ ਹੁੰਦਾ ਤੇ ਇਹ ਭਰਾ ਮਾਰੂ ਹੀ ਸਾਬਤ ਹੁੰਦਾ ਔਰ ਇਸ ਵੇਲੇ ਖਾਨਾ ਜੰਗੀ ਹੈ, ਜਿੱਤੇ ਜਿੰਨਾ ਭਾਈਚਾਰਾ ਜਿਹੜਾ ਮਾਯੂਸ ਹੈ, ਇਹ ਮਾਯੂਸੀ ਦੇ ਆਲਮ ਵਿੱਚ ਅਸੀਂ ਹੈਗੇ ਆ। ਇਹਨੂੰ ਆਪਾਂ ਮਾਯੂਸੀ ਦੇ ਆਲਮ ਵਿੱਚੋਂ ਉਸਾਰੂ ਕਦਮਾਂ ਨਾਲ ਹੀ ਨਿਕਲਿਆ ਜਾ ਸਕਦਾ, ਉਸਾਰੂ ਸੋਚ ਨਾਲ ਹੀ ਨਿਕਲਿਆ ਜਾ ਸਕਦਾ। ਇੱਕ ਦੂਜੇ ਦੀ ਭੰਡੀ ਪ੍ਰਚਾਰ, ਪੱਗਾਂ ਲਾਉਣੀਆਂ, ਗਾਲਾਂ ਕੱਢਣੀਆਂ, ਇਹ ਇਸ ਵੇਲੇ ਅਵਸਥਾ ਸਾਡੀ ਇਸ ਵੇਲੇ ਦੀ ਇਹ ਹੈ। ਸੁਖਵਿੰਦਰ ਜੀ, ਇਹ ਤੇ ਵਾਹਿਗੁਰੂ ਹੀ ਪਤਾ ਕਰੇ ਇਹ 'ਚੋਂ ਕੀ ਹੋਏਗਾ, ਕਿਸ ਤਰ੍ਹਾਂ ਅਸੀਂ ਨਿਕਲਣਾ ਹੈ। ਇਹ ਮੈਨੂੰ ਸਾਹਮਣੇ ਏਜੰਡਾ ਨਹੀਂ ਕੋਈ ਦਿਸ ਰਿਹਾ ਇਸ ਵੇਲੇ, ਕਿਸੇ ਧਿਰ ਦਾ ਨਹੀਂ ਨਜ਼ਰ ਮੈਨੂੰ ਆ ਰਿਹਾ। ਸੋ ਇਹ ਤੇ ਮਾਯੂਸੀ ਹੀ ਹੋ ਸਕਦੀ ਹੈ। ਮੈਂ ਹੁਣ ਬਜ਼ੁਰਗੀ ਦੇ ਆਲਮ 'ਚ ਹੈ, ਤੁਹਾਨੂੰ ਪਤਾ ਹੈ ਕਿ ਮੈਂ 82-83 ਸਾਲ ਦਾ ਹੋ ਗਿਆ ਤੇ ਮੈਂ ਇਸ ਮੌਕੇ ਤੇ ਮਾਯੂਸੀ ਹੀ ਪ੍ਰਗਟ ਕਰ ਸਕਦਾ। ਐਕਟਿਵ ਰੋਲ ਤੇ ਮੇਰਾ ਕੋਈ ਸੱਚ ਇਹੋ ਜਿਹਾ ਕੋਈ ਹੈ ਜੀ। ਮੈਂ ਉਹ ਤਸਵੀਰ ਜੋ ਪਿਛਲੇ ਕੁਝ ਦਿਨਾਂ ਤੋਂ ਵਾਇਰਲ ਹੋ ਰਹੀ ਹੈ, ਜਿਹਦੇ ਵਿੱਚ ਦਰਬਾਰ ਸਾਹਿਬ 'ਚ ਕੋਈ ਇੱਕ ਜਹਾਜ਼ ਨੁਮਾ ਜਿਹੜਾ ਖਿਡੌਣਾ, ਉਹ ਆਪਾਂ ਕਈ ਦੇਖਿਆ ਧਾਰਮਿਕ ਸਥਾਨਾਂ ਤੇ ਲੋਕ ਚੜਾਉਂਦੇ ਨੇ, ਉਸ ਤਸਵੀਰ ਨੂੰ ਲੈ ਕੇ ਵੀ ਬੜੀ ਕਿੰਤੂ ਪ੍ਰੰਤੂ ਹੋ ਰਹੀ ਹੈ ਕਿ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀ ਕਿ ਇੱਥੇ RSS ਜਾਂ ਉਹ ਗਲਬਾ ਜਿਹੜਾ ਬਣਾਉਣਾ ਚਾਹੁੰਦੇ ਨੇ, ਜਾਂ ਉਹ ਜਿਸ ਤਰੀਕੇ ਦੀ ਬਾਹਮਣਵਾਦੀ ਜਾਂ ਜਿਸ ਤਰੀਕੇ ਦੀ ਵੀ ਸੋਚ ਉਹ ਲੈ ਕੇ ਆਉਣਾ ਚਾਹੁੰਦੇ ਨੇ, ਉਹਨੂੰ ਹੌਲੀ ਹੌਲੀ ਕਰਕੇ ਉੱਥੇ ਮਤਲਬ ਕਿ ਦਖਲ ਅੰਦਾਜ਼ੀ ਕਰ ਰਹੇ ਨੇ। ਤੇ ਉਹ ਤਸਵੀਰ ਬਹੁਤ ਕੁਝ ਬਿਆਨ ਵੀ ਕਰਦੀ ਹੈ ਤੇ ਉਸ ਤਸਵੀਰ ਤੋਂ ਬਾਅਦ ਸ਼ਾਇਦ ਕੋਈ ਸੋਧ ਕਰ ਲਈ ਗਈ ਹੋਵੇ, ਪਰ ਇਹ ਆ ਕਿ ਉਹਨੇ ਸਵਾਲ ਖੜੇ ਕੀਤੇ ਕਿ ਤੁਸੀਂ ਇੱਕ ਥਾਂ ਤੋਂ ਤਾਂ ਰੋਕ ਦੋਗੇ, ਠੀਕ ਹੈ, ਸਿਰਮੌਰ ਅਸਥਾਨ ਹੈ ਸਾਡਾ, ਬਾਕੀ ਸਥਾਨਾਂ ਦਾ ਕੀ ਕਰੋਗੇ ਜਿੱਥੇ ਇਸ ਤਰੀਕੇ ਦੇ ਕਰਮ ਕਾਂਡ ਜਾਂ ਜੋ ਕੁਝ ਵੀ ਹੈ ਉਹ ਹੋ ਰਿਹਾ? ਜਦੋਂ ਤੁਹਾਡੇ ਕੋਲੇ ਸਿੱਖ ਰਹਿਤ ਮਰਿਆਦਾ ਪਈ ਹੈ, ਸ੍ਰੀ ਅਕਾਲ ਤਖਤ ਸਾਹਿਬ ਆ, ਸਰਵਉੱਚਤਾ ਹੈ ਉਹਨਾਂ ਦੀ, ਉਹ ਸਾਰਾ ਕੁਝ ਉੱਥੇ ਪਿਆ, ਉਹਦੇ ਮੁਤਾਬਕ ਕਿਉਂ ਨਹੀਂ ਚੱਲਦੇ ਬਾਕੀ ਧਾਰਮਿਕ ਸਥਾਨ, ਜਿਹੜੇ ਸਿੱਖ ਧਾਰਮਿਕ ਸਥਾਨ ਘੱਟੋ ਘੱਟ? ਸੁਖਵਿੰਦਰ ਜੀ, ਤੁਸੀਂ ਫਿਰ ਦੁੱਖ ਦੀ ਰਗ ਤੇ ਨਬਜ਼ ਜਿਹੜੀ ਉੱਤੇ ਹੱਥ ਰੱਖਦੇ ਹੋ। ਦੁਖੀ ਹੋਣ ਵਾਲੀ ਗੱਲ ਹੀ ਹੈ ਕਿ ਤੁਹਾਨੂੰ ਪਤਾ ਨਾ, ਪਤਾ ਇਹ ਸੂਚਕ ਕੀ ਹੈ, ਸਿੰਬਲ ਕਾਹਦਾ ਹੈ ਜਹਾਜ਼? ਪਤਾ ਇਹ ਤੁਹਾਨੂੰ ਪਤਾ ਨਾ ਵੀ ਸਾਡੀ ਹੁਣ ਇਹ ਹੈ ਕਿ ਜਹਾਜ਼ ਉੱਥੇ ਦਿੱਤਾ ਨਾ ਲਿਆ ਕੇ, ਤੇ ਸੂਚਕ ਇਹਦਾ ਹੈ ਕਿ ਹੇ ਵਾਹਿਗੁਰੂ ਸੱਚੇ ਪਾਤਸ਼ਾਹ, ਮੈਨੂੰ ਜਹਾਜ਼ ਦਾ ਝੂਟਾ ਕੈਨੇਡਾ ਵੱਲ ਨੂੰ ਦੇ ਦੇ। ਇਹ ਸਿੰਬੋਲਿਕ ਹੈ। ਯਾਨੀ ਕਿ ਸਾਡੀ ਅਵਸਥਾ ਜਿਹੜੀ ਤੁਸੀਂ ਬਾਹਮਣਵਾਦ ਕਹਿੰਦੇ ਹੋ, ਵਿਪਰਵਾਦ ਜਿਸ ਨੂੰ ਆਪਾਂ ਕਹਿੰਦੇ ਹੋ, ਇਹ ਸੱਚ ਹੈ ਕਿ ਸਿੱਖ ਸਮਾਜ ਦੇ ਵਿੱਚ ਨਗਾਰ ਹੈ, ਸਾਨੂੰ ਮੰਨ ਲੈਣਾ ਚਾਹੀਦਾ। ਇਹ ਸਾਡੀ ਰਹਿਤ ਮਰਿਆਦਾ ਜਿਹੜੀ ਹੈਗੀ ਹੈ, ਜਾਂ ਸਿੱਖ ਸਿਧਾਂਤ ਜਿਹੜਾ ਹੈਗਾ ਹੈ, ਇਹ ਸਾਡਾ ਗੱਲਾਂ ਬਾਤਾਂ 'ਚ ਹੀ ਰਹਿ ਗਿਆ। ਸਾਡੀ ਰਹਿਤਲ ਜਿਹੜਾ ਹੈ ਨਾ, ਸਾਡਾ ਅਮਲ ਜਿਸ ਨੂੰ ਆਪਾਂ ਕਹਿੰਦੇ ਹਾਂ ਸੁਖਵਿੰਦਰ ਜੀ, ਉਹ ਫਖਰ ਕਰਨ ਯੋਗ ਨਹੀਂ ਰਿਹਾ। ਔਰ ਉਹ ਨਗਾਰ ਜਿਹੜਾ ਹੈ ਉਹ ਸਾਨੂੰ ਸਾਹਮਣੇ ਦਿਸ ਰਿਹਾ ਹੋਇਆ। ਔਰ ਇਹ ਜਿਹੜੀ ਡੇਰਾਵਾਦ ਬਣ ਗਿਆ ਹੋਇਆ ਹੈ, ਜਾਂ ਸਾਧਗਿਰੀ ਬਣ ਗਈ ਹੋਈ ਹੈ, ਜਾਂ ਬਾਬਾਵਾਦ ਬਣ ਗਿਆ ਹੋਇਆ ਹੈ, ਜਿੱਥੇ ਚੁਟਕੀਆਂ ਦੇ ਕੇ ਤੁਹਾਡੇ ਮਸਲੇ ਹੱਲ ਹੁੰਦੇ ਨੇ, ਸਵਾਦ ਦੀ ਪੁੜੀ ਦੇ ਕੇ ਤੁਸੀਂ ਠੀਕ ਹੁੰਦੇ ਹੋ। ਇਹ ਅੰਧ ਵਿਸ਼ਵਾਸ ਔਰ ਜੋ ਕੁਝ ਹੋ ਚੁੱਕਿਆ ਹੋਇਆ ਹੈ, ਇਹ ਸਾਡੀ ਸਮਾਜ ਦੀ ਕੀ ਕਹੀਏ ਨਗਾਰ ਦੀ ਨਿਸ਼ਾਨੀ, ਹੋਰ ਤੇ ਕੁਛ ਵੀ ਨਹੀਂ। ਸੋ ਇਹਨੂੰ ਤੁਸੀਂ ਜਦੋਂ ਵਾਰ-ਵਾਰ ਆਪਾਂ ਗੱਲ ਕਰਦੇ ਹਾਂ ਤਾਂ ਤੁਸੀਂ ਇਸ਼ਾਰਾ ਇੱਕ ਸੁਹਿਰਦ ਪੱਤਰਕਾਰ ਦੇ ਤੌਰ ਤੇ ਕਰਦੇ ਹੋ, ਤੇ ਇਹ ਸਾਨੂੰ ਮੰਨ ਲੈਣਾ ਚਾਹੀਦਾ। ਕਈ ਵਾਰ ਹੁੰਦਾ ਇਹ ਹੈ ਕਿ ਅਸੀਂ ਨਾ ਮੰਨਦੇ ਨਹੀਂਗੇ,
ਜਿੰਨਾ ਚਿਰ ਅਸੀਂ ਮੰਨਦੇ ਨਹੀਂ ਕਿ ਸਾਡੇ ਵਿੱਚ ਗਿਰਾਵਟ ਆ ਚੁੱਕੀ ਆ, ਅਸੀਂ ਨਿੱਘਰ ਚੁੱਕੇ ਆ, ਐਵੇਂ ਦਮਗਜੇ ਮਾਰੀ ਜਾਵਾਂਗੇ, ਉਹਨਾਂ ਚਿਰ ਗੱਲ ਬਣਨੀ ਨਹੀਂ। ਸਾਨੂੰ ਮੰਨਣਾ ਪੈਣਾ, ਨਿਮਾਣੇ ਹੋ ਕੇ ਮੰਨਣਾ ਪੈਣਾ ਕਿ ਨਿਗਾਰ ਆ ਚੁੱਕਿਆ। ਇਸ ਨਿਗਾਰ ਵਿੱਚੋਂ ਨਿਕਲਣ ਦਾ ਇੱਕੋ ਇੱਕ ਤਰੀਕਾ ਜਿਹੜਾ ਉਹ ਗੁਰਬਾਣੀ ਦੇ ਲੜ ਲੱਗ ਕੇ ਗੁਰੂ ਦੀ ਸਿੱਖਿਆ ਨੂੰ ਆਤਮਸਾਤ ਕਰੇ ਬਿਨਾਂ ਨਹੀਂ ਆਉਂਦਾ। ਇਸ ਪਰਥਾਏ ਮੈਨੂੰ ਨਾ ਇੱਕ ਤੁਕ ਯਾਦ ਬਾਣੀ ਦੀ ਆ ਰਹੀ ਹੈ, ਸੇਵਕ ਸਿੱਖ ਪੂਜਣ ਸਭ ਆਵੈ, ਸਭ ਗਾਵੈ ਹਰ ਹਰ ਉਤਮ ਬਾਣੀ, ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਅਸੀਂ ਗਾਈ ਜਾਂਦੇ ਹਾਂ, ਅਸੀਂ ਮੰਨਦੇ ਨਹੀਂ। ਗੁਰਬਾਣੀ ਜਿਹੜੀ ਹੈ ਇਹ ਪੂਜਣ ਵਾਲੀ ਜਿਹੜੀ ਅਸੀਂ ਬਣਾ ਦਿੱਤਾ ਹੋਇਆ ਨਾ, ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨਹੀਂ ਗੇ, ਅਸੀਂ ਪੂਜਾ ਕਰੀ ਜਾਂਦੇ ਹਾਂ। ਜਦ ਅਸੀਂ ਪੂਜਾ ਕਰੀ ਜਾਵਾਂਗੇ ਸੁਖਵਿੰਦਰ ਜੀ, ਤੇ ਅਸੀਂ ਉੱਤੇ ਅਮਲ ਨਹੀਂ ਕਰਾਂਗੇ। ਸੱਚ ਇਹ ਹੈ, ਜਦੋਂ ਇਹ ਸੱਚ ਹੈ ਤਾਂ ਇਸ ਅਵਸਥਾ ਦੇ ਵਿੱਚ ਭਈ ਸਾਡਾ ਭਾਈਚਾਰਾ ਜਿਹੜਾ ਦੂਸਰਿਆਂ ਭਾਈਚਾਰਿਆਂ ਨਾਲੋਂ ਕਿਵੇਂ ਅੱਡ ਹੋ ਗਿਆ। ਜਿਹੋ ਜਿਹੀਆਂ ਉਹ ਮੰਨਤਾਂ ਪੱਥਰ ਤੋਂ ਮੰਨ ਲੈਂਦੀਆਂ ਨੇ, ਮੂਰਤੀ ਤੋਂ ਮੰਗਦੇ ਨੇ, ਉਹੋ ਜਿਹੀਆਂ ਮੰਗਾਂ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਮੰਗਣੀਆਂ ਸ਼ੁਰੂ ਕਰ ਦਿੱਤੀਆਂ ਹੋਈਆਂ। ਹੁਣ ਇਹਦਾ ਮਤਲਬ ਤੇ ਇਹ ਹੋ ਗਿਆ ਕਿ ਅਸੀਂ ਜਿਹੜੇ ਲੋਕ ਹਾਂ, ਅਸੀਂ ਵੀ ਉਹਨਾਂ ਰਾਹਾਂ ਤੇ ਤੁਰ ਪਏ ਹੋਏ ਹਾਂ। ਬਾਣੀ ਦਾ ਭਾਵ ਜਿਹੜਾ ਹੈ, ਬਾਣੀ ਦੀ ਸਿੱਖਿਆ ਹੈ, ਜੋ ਸਿੱਖੀ ਜੀਵਨ ਹੈ, ਉਹ ਸਾਡੇ ਤੋਂ ਕੋਹਾਂ ਦੂਰ ਹੈ। ਉਹ ਸਿਰਫ ਦਿਖਾਵਾ ਸਾਡਾ ਆ ਗਿਆ। ਜਦੋਂ ਸੁਖਵਿੰਦਰ ਜੀ ਇਹ ਗੱਲਾਂ ਹੋਣਗੀਆਂ ਤੇ ਫਿਰ ਨਿਗਾਰ ਨੂੰ ਮੰਨ ਲੈਣਾ ਚਾਹੀਦਾ। ਸਾਨੂੰ ਮੰਨ ਕੇ ਇਤੋਂ ਕਿ ਅਸੀਂ ਨਿੱਘਰ ਚੁੱਕੇ ਹਾਂ, ਇਸ ਨਿਗਾਰ ਚੋਂ ਬਾਹਰ ਨਿਕਲਣ ਦੇ ਨਿੱਘਰ ਤਰੀਕਾ ਇਹ ਕਾਰ ਸਾਨੂੰ ਜਿਹੜੇ ਨੇ ਉਹ ਬਣਾਉਣੇ ਪੈਣੇ ਨੇ। ਸਾਨੂੰ ਜਿਸ ਤਰ੍ਹਾਂ ਆਪਾਂ ਨੂੰ ਪਤਾ ਹੈ ਕਿ ਸਿੰਘ ਸਭਾ ਮੂਵਮੈਂਟ ਦੇ ਦਾਨਿਆਂ ਨੇ ਸ਼ੁਰੂ ਕੀਤੀ ਸੀ, ਉਹੋ ਹੀ ਮੂਵਮੈਂਟ ਦਾਨਿਆਂ ਵੱਲੋਂ ਮੁੜ ਕੇ ਸ਼ੁਰੂ ਕਰਨੀ ਪੈਣੀ ਹੈ। ਇਹਦੇ ਬਿਨਾਂ ਗੁਜ਼ਾਰਾ ਨਹੀਂ ਹੈ। ਤੇ ਜੇ ਹੋਣਾ ਤੇ ਇਹ ਹੈ ਕਿ ਜੇ ਮਾਦਾ ਪ੍ਰਸਤੀ ਜਿਹੜੀ ਹੈ, ਅੱਜ ਕੱਲ੍ਹ ਯੁੱਗ ਮਾਦਾ ਪ੍ਰਸਤੀ ਦਾ, ਇਹ 'ਚ ਕੋਈ ਸ਼ੱਕ ਨਹੀਂ। ਤੇ ਮਾਦਾ ਪ੍ਰਸਤੀ ਯੁੱਗ ਦੇ ਵਿੱਚ ਮਾਦੀ ਲੋੜਾਂ ਪੂਰੀਆਂ ਕਰਨ ਵਾਸਤੇ ਫਿਰ ਇਹੀ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਜਹਾਜ਼ ਦਾ ਇਹ ਖਿਡੌਣਾ ਪੇਸ਼ ਕਰਾਂਗੇ। ਤੇ ਮਨ ਦੀ ਇੱਛਾ ਇਹ ਹੈ ਕਿ ਜਹਾਜ਼ ਦਾ ਝੂਟਾ ਕੈਨੇਡਾ ਦਾ ਮੈਨੂੰ ਮਿਲ ਜਾਏ ਜਾਂ ਆਸਟ੍ਰੇਲੀਆ ਦਾ ਮਿਲ ਜਾਏ। ਇਹ ਹੁਣ ਸੂਚਕ ਤੇ ਸੁਖਵਿੰਦਰ ਜੀ ਇਹਨਾਂ ਗੱਲਾਂ ਦਾ ਇਹ ਤੋਂ ਸਾਨੂੰ ਜਾਗਣ ਦੀ ਜੀ। ਡਾਕਟਰ ਸਾਹਿਬ, ਮੈਨੂੰ ਲੱਗਦਾ ਹੈ ਕਿ ਇਹ ਭਾਗ ਜਿਹੜਾ ਆ ਉਹ ਕਾਫੀ ਭਾਵੁਕ ਰਿਹਾ। ਅਖੀਰ ਦੇ ਵਿੱਚ ਸੰਤ ਰਾਮ ਉਦਾਸੀ ਹੋਰਾਂ ਦੀ ਕਵਿਤਾ, ਜਿਹੜੀ ਮੁੱਖ ਮੰਤਰੀ ਭਗਵੰਤ ਮਾਨ ਅਕਸਰ ਗਾਉਂਦੇ ਨੇ, ਜੇ ਸੰਤ ਰਾਮ ਉਦਾਸੀ ਉਹਨਾਂ ਦੀ ਆਵਾਜ਼ ਵਿੱਚ ਸੁਣੀਏ ਤਾਂ ਹੋਰ ਵੀ ਪੀੜ ਤੇ ਦਰਦ ਬਿਆਨ ਕਰਦੀ ਆ। ਉਹ ਕਹਿੰਦੇ ਕਿ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵਿਹੜੇ। ਇਹ ਰੰਗਲੇ ਪੰਜਾਬ ਦੀ ਗੱਲ ਕਰਦੇ ਨੇ। ਬਹੁਤ ਸਾਰੇ ਦਾਅਵੇ ਸੁਪਨੇ ਵੀ ਦਿਖਾਏ ਜਾਂਦੇ ਨੇ ਕਿ ਦੇਖੋ ਅਸੀਂ ਪੰਜਾਬ ਨੂੰ ਇਸ ਢੰਗ ਦਾ ਬਣਾ ਦਿਆਂਗੇ। ਰਿਵਰਸ ਮਾਈਗ੍ਰੇਸ਼ਨ ਦੀ ਵੀ ਗੱਲ ਕਰਦੇ ਨੇ, ਕਿਉਂਕਿ ਗੱਲ ਜਦੋਂ ਬਾਹਰਲੇ ਮੁਲਕਾਂ ਦੀ ਤੁਰਦੀ ਹੈ, ਪੰਜਾਬ 'ਚ ਕੀ ਵਾਪਰਿਆ, ਬੇਚੈਨੀ ਕਿਉਂ ਹੈ, ਆਖਿਰਕਾਰ ਅਸੁਰੱਖਿਆ ਦੀ ਭਾਵਨਾ ਕਿਉਂ ਹੈ। ਸਮਰੱਥ ਤੋਂ ਸਮਰੱਥ ਬੰਦਾ ਜਿਹੜਾ ਉਹ ਵੀ ਪੰਜਾਬ ਦੇ ਵਿੱਚ ਰਹਿਣਾ ਨਹੀਂ ਚਾਹੁੰਦਾ। ਈਵਨ ਤੱਕ ਕਿ ਮੈਂ ਆਪਣੀ ਵੀ ਐਗਜ਼ਾਮਪਲ ਦੇ ਦਿੰਦਾ ਕਿ ਕਈ ਵਾਰੀ ਮਨ 'ਚ ਇਸ ਤਰ੍ਹਾਂ ਦੇ ਉਤਰਾਅ ਚੜਾਅ ਆਉਣ ਲੱਗ ਜਾਂਦੇ ਨੇ, ਭਾਵੇਂ ਹੁਣ ਸਾਰਾ ਕੁਝ ਹੈ ਆਲੇ ਦੁਆਲੇ, ਪਰ ਫਿਰ ਵੀ ਕੈਨੇਡਾ ਤੋਂ ਹਰ ਰੋਜ਼ ਇਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ। ਸਾਡੇ ਨੌਜਵਾਨ ਉੱਥੇ ਮਾਰੇ ਜਾ ਰਹੇ ਨੇ, ਕੋਈ ਅਣਾਈ ਮੌਤ ਮਾਰਿਆ ਜਾ ਰਿਹਾ, ਜਾਂ ਜਿਸ ਵੀ ਢੰਗ ਦੇ ਨਾਲ, ਕੋਈ ਕਹਿੰਦਾ ਹਾਰਟ ਅਟੈਕ ਹੋ ਗਿਆ, ਕੋਈ ਕਹਿੰਦਾ ਜੀ ਓਵਰਡੋਜ਼ ਕਰ ਲਈ, ਜਾਂ ਉੱਥੋਂ ਦੀਆਂ ਸਮੱਸਿਆਵਾਂ ਜਿਹੜੀਆਂ ਨੇ ਉਹ ਤੁਹਾਨੂੰ ਸਟ੍ਰੈਸ ਵਿੱਚ ਲੈ ਜਾਂਦੀਆਂ ਨੇ। ਫਿਰ ਉਹ ਬਹੁਤ ਸਾਰੀਆਂ ਜਿਹੜੀਆਂ ਸਮੱਸਿਆਵਾਂ ਪੈਦਾ ਹੁੰਦੀਆਂ। ਮੁੱਖ ਮੰਤਰੀ ਸਾਹਿਬ ਜੇ ਕਿਤੇ ਇਹ ਵੀ ਨਾਲ ਪੜ੍ਹ ਲੈਣ, ਮੈਂ ਅਕਸਰ ਸੁਣਦਾ, ਮੈਂ ਵੀ ਬਹੁਤ ਚੰਗੀਆਂ ਲੱਗਦੀਆਂ ਸੰਤ ਰਾਮ ਉਦਾਸੀ ਦੀਆਂ ਉਹ ਸਤਰਾਂ ਕਿ ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼। ਉਹਨਾਂ ਨੇ ਵਿਦੇਸ਼ ਜਾ ਕੇ ਕਵਿਤਾ ਸਟੇਜ ਤੋਂ ਗਾਈ ਸੀ ਤੇ ਉਹ ਵੀ ਕਾਫੀ ਦਰਦ ਭਰੀ ਹੈ। ਤੇ ਜੇ ਅਸੀਂ ਉਹਨੂੰ ਅੱਜ ਦੇ ਸੰਦਰਭ ਦੇ ਵਿੱਚ ਲੈ ਲਈਏ ਕਿ ਕਿਸ ਢੰਗ ਦੇ ਨਾਲ ਅਸੀਂ ਉਸ ਬੇਚੈਨੀ ਨੂੰ ਦੂਰ ਕਰੀਏ, ਉਸ ਬੇਭਰੋਸਗੀ ਨੂੰ ਦੂਰ ਕਰੀਏ, ਆਪਣੇ ਮੁਲਕ ਦੇ ਵਿੱਚ ਰਹਿ ਕੇ ਇੱਥੇ ਹੀ ਤਰੱਕੀਆਂ ਕਰੀਏ, ਜਾਂ ਸਰਕਾਰਾਂ ਕੋਈ ਇਹੋ ਜਿਹਾ ਹੀਲਾ ਵਰਤਣ ਕਿ ਇੱਥੇ ਰਹਿ ਕੇ ਨੌਜਵਾਨ ਘੱਟੋ ਘੱਟ ਜਿਹੜਾ ਆਖਰੀ ਵੇਲਾ ਉਹ ਆਪਣੇ ਮਾਪਿਓ ਦੇ ਨਾਲ ਤੇ ਗੁਜ਼ਾਰ ਸਕਣ, ਜਾਂ ਮਾਪਿਓ ਬੱਚਿਆਂ ਦੇ ਨਾਲ ਆਪਣੇ ਆਖਰੀ ਪਲ ਗੁਜ਼ਾਰ ਸਕਣ।
ਸੁਖਵਿੰਦਰ ਜੀ, ਇਹ ਸਾਰੀਆਂ ਭਾਵੁਕ ਗੱਲਾਂ ਤੁਸੀਂ ਕਰ ਰਹੇ ਹੋ। ਜਿਹੜੀ ਵਾਸਤਵਿਕਤਾ ਹੁੰਦੀ ਹੈ ਨਾ ਜੀ, ਉਹ ਜਿਹੜੀ ਮੁੱਢਲੀ ਲੋੜ ਬੰਦੇ ਦੀ ਹੈਗੀ ਹੈ ਨਾ ਵਿਚਰਨ ਦੀ, ਉਹ ਹੈਗੀ ਹੈ ਉਹਦੀ ਆਰਥਿਕ ਖੁਸ਼ਹਾਲੀ ਦੀ ਔਰ ਰੁਜ਼ਗਾਰ ਦੀ, ਜਿਸ ਨੂੰ ਆਪਾਂ ਕਹਿੰਦੇ। ਹੁਣ ਪੰਜਾਬ ਦੀ ਜਦੋਂ ਇਸ ਪੱਖੋਂ ਆਪਾਂ ਨਿਗਾਹ ਮਾਰਦੇ ਹਾਂ ਤੇ ਉਹ ਕੋਈ ਸਾਨੂੰ ਤਸੱਲੀ ਬਖਸ਼ ਅਵਸਥਾ ਨਜ਼ਰ ਨਹੀਂ ਆਉਂਦੀ। ਪੰਜਾਬ ਦੇ ਵਿੱਚ ਐਮਪਲੋਇਮੈਂਟ ਦੇ ਸਾਧਨ ਕੀ ਹਨ ਸਾਡੇ ਕੋਲ? ਬੱਚੇ ਕਿੱਥੇ ਜਾਣ? ਤੁਸੀਂ ਆਪਾਂ ਬੱਚਿਆਂ ਮਾਂ-ਬਾਪ ਦੀ ਨਾਲ ਤੁਸੀਂ ਗੱਲ ਕਰਦੇ ਹੋ। ਸਪੋਜ਼ ਆਪਾਂ ਪੰਜਾਬ ਦੀ ਅਵਸਥਾ ਲੈ ਲਈਏ, ਐਮਪਲੋਇਮੈਂਟ ਕਿੱਥੇ ਹੈ? ਇੱਥੇ ਇੰਡਸਟਰੀ ਕੋਈ ਆ ਰਹੀ ਹੈ? ਸਰਵਿਸ ਸੈਕਟਰ ਜਿਹੜਾ ਹੈਗਾ ਉਹ ਸਾਡਾ ਡਿਵੈਲਪ ਨਹੀਂ ਹੋ ਰਿਹਾ। ਐਗਰੀਕਲਚਰ ਦੇ ਵਿੱਚ ਖੜੋਤ ਹੈ ਸਾਡੇ। ਸੋ ਸਾਡੇ ਜਿਹੜਾ ਜਿੱਥੇ ਸਾਨੂੰ ਕੋਈ ਨੌਕਰੀਆਂ ਮਿਲਣ ਦੀ ਸੰਭਾਵਨਾ ਹੈ, ਜੇ ਕੈਨੇਡਾ ਜਾਂ ਆਸਟ੍ਰੇਲੀਆ ਬੱਚੇ ਨਹੀਂ ਜਾਂਦੇ, ਬੰਗਲੌਰ ਜਾਣਗੇ, ਬੰਬੇ ਜਾਣਗੇ, ਗੁੜਗਾਉਂ ਜਾਣਗੇ, ਹੈਦਰਾਬਾਦ ਜਾਣਗੇ, ਤਾਮਿਲਨਾਡੂ ਜਾਣਗੇ। ਇੱਥੇ ਕਿੱਥੇ ਆ? ਉਹ ਜਿਹੇ ਵਿਦੇਸ਼ ਸਾਡਾ ਪੰਜਾਬ ਦਾ ਬੱਚਾ ਜੇ ਇਹਨਾਂ ਥਾਵਾਂ ਤੇ ਵੀ ਜਾਂਦਾ ਹਿੰਦੁਸਤਾਨ 'ਚ, ਤੇ ਉਹ ਤੇ ਮਾਪਿਆਂ ਨੂੰ ਤੇ ਅੱਡ ਹੋ ਗਿਆ ਨਾ, ਪੰਜਾਬ ਨਾਲ ਤੇ ਉਖੜ ਗਿਆ। ਸੋ ਫਿਰ ਆਮ ਤੌਰ ਤੇ ਲੋਕ ਸੋਚਦੇ ਇਹੀ ਹੈ ਕਿ ਉੱਥੇ ਜਾਓਗੇ ਕੁਝ ਸਮਾਜ ਤੇ ਬਿਹਤਰ ਹੈ ਯਾਰ, ਰਹਿਣਾ ਸਹਿਣਾ ਤੇ ਕੋਈ ਸੌਖਾ ਹੈ, ਮਿਹਨਤ ਕਰਾਂਗੇ 2-4 ਸਾਲ 10 ਸਾਲ ਮਿਹਨਤ ਕਰਾਂਗੇ ਤੇ ਐਟ ਲੀਸਟ ਤਸੱਲੀ ਨਾਲ ਜਿਉਂ ਤੇ ਲਾਂਗੇ। ਇੱਥੇ ਦੀ ਅਵਸਥਾ ਜਿਹੜੀ ਹੈਗੀ ਆ ਨਾ, ਕੋਈ ਆਪਾਂ ਬਾਹਰਲੀਆਂ ਗੱਲਾਂ ਜਿਹੜੀਆਂ ਲੈਣੇ ਕਿ ਉੱਥੇ ਦੀਆਂ ਆਪਾਂ ਨੂੰ ਖਬਰਾਂ ਆਉਂਦੀਆਂ, ਕੋਈ ਓਵਰਡੋਜ਼ ਨਾਲ ਮਰ ਗਿਆ, ਕੋਈ ਆਹ ਗੈਂਗਸਟਰਿਜ਼ਮ 'ਚ ਮਰ ਗਿਆ। ਇੱਥੇ ਪੰਜਾਬ ਵਿੱਚ ਪਤਾ ਕੀ ਹੋ ਰਿਹਾ ਸੁਖਵਿੰਦਰ? ਰੋਜ਼ ਨਹੀਂ ਤੁਸੀਂ ਸੁਣਦੇ ਕਿ ਨਸ਼ੇੜੀ ਮਾਂ ਪੁੱਤਾਂ ਨੇ ਬਾਪ ਨੂੰ ਮਾਰਤਾ, ਆਹ ਟੀਕਾ ਲਾ ਕੇ ਮਰ ਗਿਆ ਜੀ, ਆਹ ਲੁੱਟ ਖੋ ਹੋ ਗਈ ਜਾਂ ਉਹਦੇ ਪੈਸੇ ਲੁੱਟ ਕੇ ਲੈ ਗਏ। ਰੋਜ਼ ਪੰਜਾਬ ਦੇ ਵਿੱਚ ਕੀ ਹੋ ਰਿਹਾ? ਸੋ ਸਮੱਸਿਆ ਜਿਹੜੀ ਹੈਗੀ ਹੈ ਨਾ ਸੁਖਵਿੰਦਰ ਜੀ, ਮਨੁੱਖ ਜਿਹੜਾ ਨਾ, ਮਨੁੱਖ ਜਦੋਂ ਫੈਸਲੇ ਕਰਦਾ ਨਾ, ਉਹ ਲੇਖਾ ਜੋਖਾ ਕਰਦਾ ਕਿ ਮੇਰਾ ਭਵਿੱਖ ਕਿੱਥੇ ਸੁਰੱਖਿਅਤ ਹੈ, ਉਹ ਮੇਰੀ ਆਰਥਿਕਤਾ ਵਿੱਚ ਕੀ ਪਿਆ ਹੈ, ਮੈਨੂੰ ਅੱਗੇ ਵਧਣ ਦੇ ਕੋਈ ਚਾਂਸਸ ਹੈ ਕਿ ਨਹੀਂ, ਮੇਰੀ ਅੱਗੇ ਨਸਲ ਜਿਹੜੀ ਆ ਉਹਦੇ ਵਾਸਤੇ ਕੋਈ ਚਾਂਸ ਹੈ ਕਿ ਨਹੀਂ ਹੈ। ਸੋ ਇਹ ਲੇਖੇ ਜੋਖੇ ਕਰਦਾ ਹੈ ਬੰਦਾ। ਸੋ ਲੇਖੇ ਜੋਖੇ ਕਰਦਾ ਹੋਇਆ ਅਜੇ ਤੱਕ ਸਾਡੇ ਪੰਜਾਬੀਆਂ ਦਾ ਰੁਝਾਨ ਇਹੀ ਹੈ, ਭਾਵੇਂ ਗਲਤੀ ਹੋਵੇ, ਆਪਾਂ ਉਹਨਾਂ ਦੇ ਬਾਰੇ ਅਜੇ ਕੋਈ ਨਿਰਣਾ ਨਹੀਂ ਕਰ ਸਕਦੇ ਠੀਕ ਹੈ ਕਿ ਗਲਤ ਹੈ, ਪਰ ਮਾਨਸਿਕਤਾ ਇਹੀ ਹੈ ਕਿ ਇੱਥੇ ਰਹਿਣ ਨਾਲੋਂ ਬਾਹਰ ਜਾਣਾ ਜਿਹੜਾ ਹੈ ਉਹ ਸਾਡੇ ਹਿੱਤ ਵਿੱਚ ਹੈ। ਇਹ ਮਾਨਸਿਕਤਾ ਬਣ ਚੁੱਕੀ ਹੋਈ ਹੈ ਔਰ ਉਹ ਮਾਨਸਿਕਤਾ ਬਣਨ ਦੇ ਵਿੱਚ ਜੋ ਪੰਜਾਬ ਦੀ ਆਰਥਿਕਤਾ ਹੈਗੀ ਹੈ ਔਰ ਜਿਸ ਕਿਸਮ ਦਾ ਇੱਥੇ ਮਾਹੌਲ ਹੈ, ਉਹ ਆਧਾਰ ਜ਼ਰੂਰ ਪਏ ਹੋਏ ਹੈ। ਇਹਨਾਂ ਆਧਾਰਾਂ ਨੂੰ ਤੁਸੀਂ ਸੁਖਵਿੰਦਰ ਜੀ ਅੱਖੋਂ ਪਰੋਖੇ ਨਹੀਂ ਕਰ ਸਕਦੇ। ਜੋ ਧਰਾਤਲ ਤੇ ਪਿਆ ਹੋਇਆ ਹੈ, ਉਹ ਧਰਾਤਲ ਦੀਆਂ ਸਚਾਈਆਂ ਨੂੰ ਧਿਆਨ ਵਿੱਚ ਰੱਖ ਕੇ ਹੀ ਬੰਦਾ ਨਿਰਣੇ ਕਰਦਾ ਹੈ, ਭਾਵੁਕਤਾ ਵਸ ਨਿਰਣੇ ਨਹੀਂ ਕਰਦਾ। ਆਪਾਂ ਨੂੰ ਪਤਾ ਹੈ ਕਿ ਭਾਵੁਕਤਾ ਵਸ ਅਸੀਂ ਕਹਿੰਦੇ ਹਾਂ ਕਿ ਇੱਥੇ ਜੀ ਸਾਡੀ ਪਾਪੂਲੇਸ਼ਨ ਦੀ ਗਿਣਤੀ ਘਟ ਜਾਏਗੀ। ਇਹ ਸੱਚ ਹੈ ਕਿ ਘਟੇਗੀ, ਪਰ ਇਹਦੇ ਬਾਵਜੂਦ ਵੀ ਮਨੁੱਖ ਦੀ ਜਿਹੜੀ ਬਿਰਤੀ ਹੈ ਨਾ ਜੀ, ਉਹ ਸਮੂਹਕ ਹਿੱਤ ਨਾਲੋਂ ਨਿੱਜੀ ਹਿੱਤ ਨੂੰ ਤਰਜੀਹ ਦਿੰਦੀ ਹੈ। ਇਹ ਮਨੁੱਖੀ ਸੁਭਾਅ ਹੈ। ਸਮੂਹਕ ਹਿੱਤ ਜਿਹੜਾ ਹੈ ਉਹ ਕਹਿਣ ਨੂੰ ਹੁੰਦਾ ਹੈ, ਚੰਗੀ ਗੱਲ ਹੈ, ਕਦੇ ਕਦੇ ਬੰਦਾ ਉਹਦੇ ਵਾਸਤੇ ਕੁਰਬਾਨੀ ਵੀ ਕਰਦਾ ਹੈ, ਪਰ ਉਹ ਮਾਈਨੋਰਿਟੀ ਹੁੰਦੀ ਹੈ, ਬਹੁਤ ਘੱਟ ਗਿਣਤੀ ਹੁੰਦੀ ਹੈ। ਵੱਡੀ ਗਿਣਤੀ ਆਪਣੇ ਨਿੱਜੀ ਹਿੱਤਾਂ ਤੋਂ ਪ੍ਰੇਰਿਤ ਹੋ ਕੇ ਨਿਰਣੇ ਕਰਦੀ ਹੈ ਤੇ ਨਿੱਜੀ ਹਿੱਤਾਂ ਦੀ ਪਰਸੈਪਸ਼ਨ ਸਾਡੀ ਇਹ ਬਣ ਚੁੱਕੀ ਹੋਈ ਹੈ ਕਿ ਸਾਡਾ ਭਵਿੱਖ ਪੰਜਾਬ ਵਿੱਚ ਉਜਵਲ ਨਹੀਂ ਹੈ। ਇਹ ਹੁਣ ਸਾਹਮਣੇ ਦਿਸ ਰਿਹਾ ਹੋਇਆ ਸੁਖਵਿੰਦਰ, ਇਹ ਧਰਾਤਲ ਦੀ ਹੁਣ ਇਹ ਪਰਸੈਪਸ਼ਨ ਬਣ ਗਈ ਹੋਈ ਹੈ। ਇਹਦਾ ਇਲਾਜ ਗੱਲਾਂ ਬਾਤਾਂ ਨਾਲ ਨਹੀਂ ਹੋਣਾ, ਜਿੰਨਾ ਚਿਰ ਪੰਜਾਬ ਦੀ ਆਰਥਿਕਤਾ ਔਰ ਇੱਥੇ ਬੇਰੁਜ਼ਗਾਰੀ ਨੂੰ ਦੂਰ ਨਹੀਂ ਕਰੋਗੇ, ਰੁਜ਼ਗਾਰ ਦੇ ਸਾਧਨ ਪੈਦਾ ਨਹੀਂ ਕਰੋਗੇ, ਉਹਨਾਂ 'ਚ ਗੱਲ ਬਣਨੀ ਨਹੀਂ। ਪ੍ਰਾਇਮਰੀ ਸੈਕਟਰ 'ਚ ਇੱਥੇ ਕੁਛ ਵੀ ਨਹੀਂ ਸਾਡੇ ਕੋਲ ਬਚਿਆ, ਸੈਕੰਡਰੀ ਔਰ ਟਰਸ਼ਰੀ ਸੈਕਟਰ ਦੇ ਵਿੱਚ ਹੀ ਸੰਭਾਵਨਾਵਾਂ ਹੈਗੀਆਂ, ਯਾਨੀ ਕਿ ਮੈਨੂਫੈਕਚਰਿੰਗ ਦੇ ਵਿੱਚ, ਸਰਵਿਸ ਸੈਕਟਰ ਦੇ ਵਿੱਚ, ਉਹ ਅਸੀਂ ਕੁਛ ਵੀ ਨਹੀਂ ਕਰ ਰਹੇ। ਸੋ ਜਿਹੜਾ ਮੈਨੂਫੈਕਚਰਿੰਗ ਸੈਕਟਰ ਸੀ ਸੁਖਵਿੰਦਰ ਜੀ ਤੁਹਾਡੇ ਸਾਹਮਣੇ ਹੀ ਹੈ,
ਉਹ ਵੀ ਖੋਰਾ ਲੱਗ ਰਿਹਾ ਹੋਇਆ। ਸਰਵਿਸ ਸੈਕਟਰ ਇੱਥੇ ਨਾ ਹੋਇਆ ਵਰਗਾ ਤੇ ਇੱਥੇ ਬੰਦੇ ਕੀ ਕਰਨ। ਸੋ ਮੇਰੀ ਤਾਂ ਤੁਹਾਨੂੰ ਗੁਜ਼ਾਰਿਸ਼ ਇਹੀ ਹੈ ਕਿ ਆਪਾਂ ਗੱਲਾਂ ਜ਼ਰੂਰ ਕਰਦੇ ਹਾਂ, ਸਾਡੀ ਇੱਛਾ ਵੀ ਇਹੀ ਹੈ, ਰੀਝ ਵੀ ਇਹੀ ਹੈ, ਪੰਜਾਬ ਦਾ ਹਿੱਤ ਵੀ ਇਹੀ ਹੈ, ਸਿੱਖ ਭਾਈਚਾਰੇ ਦਾ ਵੀ ਹਿੱਤ ਵੀ ਇਹੀ ਹੈ। ਪਰ ਭਾਈ ਜੋ ਜ਼ਮੀਨੀ ਹਕੀਕਤਾਂ ਹਨ ਉਹਦੇ ਅਨੁਸਾਰ ਤਾਂ ਲੋਕ ਫੈਸਲਾ ਕਰਦੇ ਨੇ, ਉਹ ਭਾਵੁਕਤਾ ਬਸ ਫੈਸਲੇ ਨਹੀਂ ਕਰਦੇ। ਜੀ ਸ਼ੁਕਰੀਆ ਡਾਕਟਰ ਸਾਹਿਬ, ਧੰਨਵਾਦ ਤੁਹਾਡਾ। ਸੋ ਮੇਰੇ ਨਾਲ ਮੌਜੂਦ ਸਨ ਉੱਘੇ ਸਿਆਸੀ ਮਾਹਰ ਡਾਕਟਰ ਕੇਹਰ ਸਿੰਘ ਜੀ। ਉਮੀਦ ਕਰਦੇ ਹਾਂ ਕਿ ਤੁਸੀਂ ਇਸ ਚਰਚਾ ਦੇ ਹੇਠਾਂ ਆਪਣੇ ਕਮੈਂਟ ਜਿਹੜੇ ਨੇ ਜ਼ਰੂਰ ਕਰੋਗੇ। ਤਖ਼ਤ ਪੰਜਾਬ ਨੂੰ ਸਬਸਕ੍ਰਾਈਬ ਕਰੋ, ਫੇਸਬੁੱਕ ਤੇ ਫੋਲੋ ਕਰੋ। ਮੈਨੂੰ ਇਜਾਜ਼ਤ ਦਿਓ, ਧੰਨਵਾਦ।